संगत जी आइए सत्संग की शुरुआत करते हैं और सत्संग के लिए इनवाइट करते हैं मीना आंटी को। आंटी आप प्लीज आए और गुरु जी का सत्संग शेयर करें। जय गुरु जी, जय गुरु जी की प्यारी संगत जी। कर जोड़ करो अरदास तुत पावे ताने रास। मेहरबान साहब जीओ, आप जी दी अपार किरपा बख्शिशां दा सदका दाता जो आपने टाइम बख्शिश किया है। आप जी का कोटान कोट धन्यवाद है मेरे मालिक। कोटान कोट गुरु जी आप जी का शुक्राना। आप जो कहोगे जो बुलाओ वही बोलिए सी। एनी मेर प्रसिद्ध रखना अंग संग साई होके सारा अपना सत्संग आप करवाना। जय गुरु जी। गुरु जी ਅਸੀਂ ਸੰਗਤ ਦੇ ਨਾਲ ਗੁਰੂ ਜੀ ਦੇ ਨਾਲ 1985 84 ਲਾਸਟ ਔਰ 85 ਸਟਾਰਟ ਚ ਜੁੜੇ ਸੀਗੇ। ਉਸ ਟਾਈਮ ਮੇਰੇ ਮਦਰ ਇਨ ਲੋ, ਅਸੀਂ ਸਰਦਾਰ ਫੈਮਿਲੀ ਨੂੰ ਬਿਲੋਂਗ ਕਰਨੇ ਆ। ਮੇਰੇ ਮਦਰ ਇਨ ਲੋ ਗੁਰਦੁਆਰੇ ਜਾਂਦੇ ਸੀ ਤਾਂ ਉਹਨਾਂ ਨੇ ਆ ਕੇ ਦੱਸਿਆ ਸ਼ਹਿਰ ਵਿੱਚ ਨਾ ਇੱਕ ਸਵਾਮੀ ਜੀ ਆਏ ਹੋਏ ਆ ਜਿਹੜੇ ਕਿ ਉਹ ਅੰਮ੍ਰਿਤ ਦਿੰਦੇ ਆ ਔਰ ਉਹਦੇ ਨਾਲ ਬਿਮਾਰੀਆਂ ਦੂਰ ਹੁੰਦੀਆਂ ਲੋਕਾਂ ਦੀਆਂ। ਗੁਰਦੁਆਰੇ ਦੀ ਸਾਰੀ ਸੰਗਤ ਜਦੋਂ ਗੁਰਦੁਆਰੇ ਦੇ ਭੋਗ ਪੈਂਦਾ ਸੀ ਸਵੇਰੇ ਔਰ ਸਭ ਜਨੀਆਂ ਮੱਥਾ ਟੇਕਣ ਗੁਰੂ ਜੀ ਕੋਲ ਆਉਂਦੇ ਸੀ। ਇਸੇ ਤਰ੍ਹਾਂ ਕਾਫੀ ਦਿਨਾਂ ਤੋਂ ਜਾ ਰਹੇ ਸੀ ਤੇ ਫਿਰ ਸਾਨੂੰ ਵੀ ਦੱਸਿਆ, ਅਸੀਂ ਵੀ ਕਿਹਾ ਚਲੋ ਚੱਲਾਂਗੇ। ਉਦੋਂ ਗੁਰੂ ਜੀ ਸਵੇਰੇ ਹੀ ਮਿਲਦੇ ਹੁੰਦੇ ਸੀ 10 ਵਜੇ ਤੱਕ, 10 10:30 ਤੱਕ, ਤੇ ਕਿਸੇ ਦੀ ਕੋਠੀ ਵਿੱਚ ਰਹਿੰਦੇ ਸੀਗੇ। ਔਰ ਮੇਰਾ ਬੇਟਾ ਵੀ ਛੋਟਾ ਸੀ ਤੇ ਮੈਨੂੰ ਸਕੂਲ ਛੋੜਨ ਆਉਂਦੇ ਸੀ ਤੇ ਗੁਰੂ ਜੀ ਦੇ ਮੱਥਾ ਟੇਕਣ ਚਲੇ ਜਾਂਦੇ ਸੀ ਨਾਲ ਹੀ, ਕਿਉਂਕਿ ਰਸਤੇ 'ਚ ਗੁਰੂ ਜੀ ਦਾ ਸੀ। ਔਰ ਇਹਨਾਂ ਦੇ ਬੱਚਿਆਂ ਦੇ ਸਕੂਲ ਦੀ ਟੀਚਰਸ ਵੀ ਆ ਕੇ ਪਹਿਲੇ ਮੱਥਾ ਟੇਕ ਕੇ ਫਿਰ ਸਕੂਲ ਜਾਂਦੇ ਸੀ। ਉੱਥੇ ਬਸ ਔਰ ਉੱਥੇ ਬਸ ਸੇਵਾ ਅਸੀਂ ਮੰਗਦੇ ਸੀ, ਚਲੋ ਸੇਵਾ ਹੁੰਦੀ ਸੀ। ਉੱਥੇ ਗੁਰੂ ਜੀ ਸਿਰਫ ਅੰਮ੍ਰਿਤ ਦਿੰਦੇ ਸੀ ਔਰ ਗਲਾਸ ਉਹ ਧੋਣੇ ਹੁੰਦੇ ਸੀ ਬਸ, ਜਾਂ ਪਾਣੀ ਦੇ ਗਲਾਸ ਤੇ ਆਉਂਦੇ ਸੀ। मैं पंजाबी च बोल रहा कि हिंदी समझ नहीं आ रही हूँ। अगर जिस तरह सूटेबल है उस तरह बोलो। गुरु जी ने बाह पकड़ी रखी, गुरु जी दी ਅਸੀਂ नहीं पकड़ सकते, महापुरखों की बाह महापुरख ही पकड़ सकते। महापुरख नहीं तो ਅਸੀਂ ਤਾਂ छोड़ के चले जाते। ਸਵੇਰੇ ਜਦੋਂ ਗੁਰੂ ਜੀ ਦੇ ਦਰਸ਼ਨ ਹੁੰਦੇ ਸੀ ਉਦੋਂ ਗੁਰੂ ਜੀ ਸਵੇਰੇ ਪੈਂਟ ਔਰ ਸ਼ਰਟ ਪਾਉਂਦੇ ਸੀ और नाल बड़े चमकते हुए शूज पाए ने और त्याग मिलते सी भी हुण इन्हां ने चले जाने 10 10:30। चोला वगैरह इन्हां नहीं सी पांदे सवेरे सवेरे। उस ज्यादातर फिर कैंट जांदे सी कैंट। उस तो बाद गुरु जी ने थोड़ा टाइम बढ़ाना शुरू किया, संगत ज्यादा दोपहरी तक आती सी ते फिर शब्द कीर्तन हुंदा सी, कैसेट चलदियां सी सारियां उदों। और बीइंग सिख सानू अच्छा लगता सी जाके शब्द सुनना और ਅਸੀਂ ਫਿਰ ਉਹ ਕੈਸੇਟਸ ਘਰ ਵੀ ਲੈ ਕੇ ਆਂਦੇ ਸਾਂ ਤੇ ਤਾਂ ਕਿ ਘਰ ਵੀ ਸੁਣਿਆ ਕਰੀਏ। ਇਸ ਤਰ੍ਹਾਂ ਕਰਦੇ ਆ ਗੁਰੂ ਨੇ ਪਿਆਰ ਆਪਣੇ ਨਾਲ ਪਾਉਂਦੇ ਗਏ, ਅਸੀਂ ਵੀ ਚੱਲਦੇ ਗਏ। ਫਿਰ ਇੱਕ ਵਾਰੀ ਗੁਰੂ ਜੀ ਕਹਿੰਦੇ ਨੇ ਸੰਗਤ ਜਿਹੜੀ ਗੁਰਦੁਆਰੇ ਆਂਦੇ ਸੀ ਵੀ ਤੁਸੀਂ ਮੈਨੂੰ ਆਰਤੀ ਸੁਣਾਓ। ਗगन में थाल रव चंद दीपक बने तारका मंडल जनक मोती। ਇਹ ਵਾਲੀ ਆਰਤੀ ਮੈਂ ਸੁਣਨਾ ਚਾਹੁੰਦਾ ਸ਼ਬਦ ਆਵਾਜ਼ਾਂ ਦੇ ਉੱਤੇ। और उन दिन ਅਸੀਂ ਨਾ ਸਾਡੇ ਗਰੁੱਪ ਬਣਿਆ ਹੋਇਆ ਸੀ, ਅਸੀਂ ਆਪਣੇ ਹਰ ਸਾਲ ਨਾ ਸਹਿਜ ਪਾਠ ਕਰਦੇ ਸੀ ਔਰ ਲਾਸਟ ਡੇ ਜਦੋਂ ਭੋਗ ਪਾਣਾ ਹੁੰਦਾ ਸੀ ਤੇ ਉਦੋਂ ਵੱਡਾ ਪ੍ਰੋਗਰਾਮ ਬਣਾਉਂਦੇ ਸੀ, ਸਭ ਜਣੇ ਮਿਲ ਕੇ ਚਲੋ ਲੰਗਰ ਵਗੈਰਾ ਵੀ ਹੁੰਦੇ ਸੀ। ਤੇ ਉਦੋਂ ਗੁਰੂ ਜੀ ਨੇ ਕਿਹਾ ਵੀ ਤੁਸੀਂ ਆਣਾ ਉਸ ਦਿਨ ਭੋਗ ਤੇ ਆਣਾ ਤੇ ਅਸੀਂ ਤੁਹਾਨੂੰ ਸੁਣਾਵਾਂਗੇ ਕਿ ਆਰਤੀ ਵੀ ਸੁਣਾਵਾਂਗੇ। ਫਿਰ ਮੇਰੇ ਅੰਕਲ ਦੀ ਡਿਊਟੀ ਲੱਗੀ ਸੀਗੀ ਕਿ ਗੁਰੂ ਜੀ ਨੂੰ ਲੈ ਕੇ ਆਉਣ ਦੀ। और गुरु जी ने फिर जो लैके आए और गुरु जी बिल्कुल जिस तरह आम जिस आंदे ने हैदराबाद आए ने गुरु ग्रंथ साहब जब महाराज जी ने मत्था टेकिया, सिर नु अपना कवर करना और नाल ही बैठ के सी जमीन दे उत्ते ना जिथे प्रकाश होया हुंदा गुरु ग्रंथ साहब महाराज दा ते नाल ही गुरु महाराज बैठ गए और फिर इन्होंने आरती सुनी और शब्द सूर्या पूरा लंगर वगैरह कर फिर मतलब वापिस गए सी। इस तरह गुरु जी ने सबनों ही बहुत प्यार दिता है, नहीं कि सानू ਜਿਹੜਾ ਵੀ ਆਂਦਾ ਸੀ ਗੁਰੂ ਜੀ ਪਿਆਰ ਬਹੁਤ ਦਿੰਦੇ ਸੀ। ਉਸ ਤੋਂ ਬਾਅਦ ਸਾਡੀ ਨਵੀਂ ਕੋਠੀ ਬਣ ਰਹੀ ਸੀਗੀ ਤੇ ਮੈਂ ਕਾਫੀ ਦਿਨ ਥੋੜੇ ਦਿਨ ਨਹੀਂ ਜਾ ਪਾਈ ਗੁਰੂ ਜੀ ਕੋਲ। ਤੇ ਕਹਿੰਦੇ ਨੇ ਕੀ ਗੱਲ ਤੂੰ ਆਈ ਨਹੀਂ? ਮੈਂ ਕਿਹਾ ਜੀ ਗੁਰੂ ਜੀ ਲਾਸਟ ਆ ਗਿਆ ਹੁਣ ਤੇ ਲੇਬਰ ਜ਼ਿਆਦਾ ਹੈ ਸੀ ਇਸ ਲਈ ਮੈਂ ਥੋੜਾ ਫ੍ਰੀ ਨਹੀਂ ਹੋ ਪਾ ਰਹੀ ਸੀ। ਤੇ ਗੁਰੂ ਜੀ ਨੇ ਹੀ ਮੈਨੂੰ ਕਿਹਾ ਕਿ ਤੁਸੀਂ ਫਿਰ ਜਦੋਂ ਵੀ ਜਾਣਾ ਮੈਨੂੰ ਪੁੱਛ ਕੇ ਜਾਣਾ ਕਿਸ ਦਿਨ ਜਾਣਾ ਹੈ, ਕਦੋਂ ਪਾਠ ਰਖਾਣਾ ਹੈ। ਜੀ ठीक है गुरु साहब। गुरु साहब जी ने जो क्या उदो ही पाठ रखाया और ये पाठ दिखाया, गुरु जी मथा टेकन आए। लेकिन मैनू पता नहीं लगा, मैं दूसरे घर गई अपने पुराने घर, उत्थे कोई काम सीगा तो उधर ही गए सी।
मैं मत्था टेकन दूसरे दिन गुरु जी कोल गई, मत्था टेकन ते कहंदे मैं कल आया सा ते तू मिली नहीं, और मैं उमराव सिंह दी नूह नाल आया सा। वो उमराव सिंह, मिस्टर उमराव सिंह ਜਿਹੜੇ ਸੀ ਨਾ ਉਹ ਐਮਪੀ ਗਏ ਸੀ, ਤੇ ਮੈਂ ਕਿਉਂ ਕਿੱਥੇ ਉਹ ਕਿੱਥੇ ਅਸੀਂ, ਗੁਰੂ ਜੀ ਨੂੰ ਸਮਝ ਨਹੀਂ ਗਈ ਵੀ ਕੌਣ ਉਮਰਾਵ ਸਿੰਘ ਦੀ ਨੂੰ ਹੈ, ਤੇ ਉਹਨਾਂ ਉਹ ਸਾਡੇ ਘਰ ਕਿਸ ਤਰ੍ਹਾਂ ਆ ਸਕਦੇ ਨੇ, ਇਹ ਬੜੇ ਭੋਲੇ ਗਏ ਨੇ। ਐਂ ਸੋਚ ਕੇ ਵੀ ਮੈਂ ਵੀ ਚੁੱਪ ਰਹੀ, ਮੈਂ ਕਿਹਾ ਅੱਛਾ ਗੁਰੂ ਜੀ। ਮੈਂ ਨਾ ਬਾਅਦ ਵਿੱਚ ਅਗਲੇ ਦਿਨ ਉਹਨਾਂ ਦੇ ਨੂੰ ਮਿਲੇ, ਉਹਨਾਂ ਨੇ ਦੱਸਿਆ ਕਿ ਮੈਂ ਆਈ ਹਾਂ। ਫਿਰ ਮੈਂ ਹੱਸ ਕੇ ਕਿਹਾ, ਮੈਂ ਕਿਹਾ ਵੀ ਮੈਂ ਤਾਂ ਸੋਚਿਆ ਗੁਰੂ ਜੀ ਨੂੰ ਨਹੀਂ ਪਤਾ ਇਹ ਗੱਲਾਂ ਦਾ। ਤਾਂ ਕਹਿੰਦੇ ਨੇ ਹਾਂ, ਫਿਰ ਸੰਗਤ ਸਾਰਿਆਂ ਨੂੰ ਕਹਿੰਦੇ ਹਾਂ, ਮੈਨੂੰ ਕੁਝ ਸਮਝ ਹੀ ਨਹੀਂ ਕਿ ਮੈਂ ਤਾਂ ਭੁੱਲਾ ਹੀ ਹਾਂ। ਮਤਲਬ ਅਸੀਂ ਇਸ ਤਰ੍ਹਾਂ ਮਜ਼ਾਕ ਗੁਰੂ ਜੀ ਨਾਲ, ਕੋਈ ਸਾਨੂੰ ਸਮਝ ਨਹੀਂ ਸੀ ਕਿ ਵੀ ਸਾਨੂੰ ਹੀ ਸਮਝ ਨਹੀਂ ਸੀ ਕਿਤਨੇ ਵੱਡੇ ਮਹਾਂਪੁਰਖਾਂ ਨਾਲ ਕਿਸ ਤਰ੍ਹਾਂ ਗੱਲ ਕਰਨੀ ਹੈ, ਕੋਈ ਪਤਾ ਕੁਝ ਨਹੀਂ ਸੀਗਾ। बस ऐसा गुरु जी ने कहता कि छुट्टियां कितने जा रहे हो, कहते जाओ हेमकुंट साहब हो आओ, दर्शन करो, तेरा दिल कर रहा, बहुत जानते थे तुम हेमकुंट साहब हो गया। फिर गुरु जी ने भेजा हेमकुंट साहब, बड़े खुले दर्शन होते हुए, सारी मतलब जो रात बारिश बहुत होती सी, सवेरे सानू खुले दर्शन होंगे सी, असि क्योंकि चढ़ाई करनी होंदी सी, और बहुत ही आनंद, बहुत आनंद आया उथे। फिर उस तो बाद मेरी बेटी गुरु जी ने दिती है कि 87 च दा बॉन्ड सीगा, ते गुरु जी ने क्या सीगा कि मैं मतलब मैं पाठ कर रही सी कि भी मैनू मेरे 2 बेटे ने वड्डे, मैं कहा सी कि अगर हुण है कंसीव कीता ते बेटी चाहिदी है। गुरु जी ने सारी संगत विच बोलिया जो आवां कि देखो लोकी मुंडा मंगदे ने, मेरे को कुड़ी मंगन आई सी, देखो लोकी मुंडा मंगदे ने, एने मेरे को कुड़ी मंगी है। और मैनू समझ नहीं आ रही सी कि मैं गुरु जी ने कदों अरदास कीती है वाली। और एक दिन कोई संगत नहीं सी कि ज्यादा, गुरु जी से मैं गई सी शाम ਨੂੰ, ਕਿਉਂਕਿ ਅਸੀਂ ਜਿਸ ਟਾਈਮ ਮਰਜ਼ੀ ਚਲੇ ਜਾਂਦੇ ਸੀ ਗੁਰੂ ਜੀ ਦੇ ਮੰਦਰ ਮੱਥਾ ਟੇਕਣ, ਕੋਈ ਮਨਾਈ ਨਹੀਂ ਸੀਗੀ, ਨਹੀਂ ਹੁਣ ਨਹੀਂ ਆਣਾ, ਸਵੇਰੇ ਸ਼ਾਮ ਦੁਪਹਿਰੀ ਜਿਸ ਟਾਈਮ ਮਰਜ਼ੀ। ਤੇ ਸ਼ਾਮ ਦੇ ਟਾਈਮ ਤੇ ਮੈਂ ਗੁਰੂ ਜੀ ਨੂੰ ਜਾ ਕੇ ਗਿਆ, ਗੁਰੂ ਜੀ ਮੈਂ ਇੱਕ ਗੱਲ ਪੁੱਛਣਾ ਚਾਹੁੰਦੀ ਆ, ਮੈਨੂੰ ਸੱਚੀ ਸੱਚੀ ਦੱਸਣਾ, ਇਸ ਤਰ੍ਹਾਂ ਹੀ ਜਿਸ ਤਰ੍ਹਾਂ ਵੀ ਆਪਸ ਬੈਠੇ ਆ, ਸੱਚੀ ਸੱਚੀ ਦੱਸਣਾ ਕਿ ਤੁਸੀਂ ਚੇਂਜ ਕੀਤਾ ਹੈ, ਮੁੰਡੇ ਦਾ ਕੁੜੀ ਕੀਤੀ ਹੈ। ਕਹਿੰਦੇ ਹਾਂ ਕੀਤਾ ਹੈ, ਮੈਂ कहते ना सबने किया, बस मैं मत्था टेकिया, मैं क्या ठीक है गुरु जी मैं ही चाहती सा। कहते तू मंगी सी तेरी अरदास, मैं क्या जी मैनू नहीं याद, मैं किस केड़ी अरदास कदों तुसी कबूल की है मैनू नहीं पता, बस इस तरह सी। और इस तो पहले एक चीज दसना चाहती सी, जो गुरु जी घर आए ने असि लैके आए संगत दे सहज पाठ दा जो भोग पाया सी, और जो गुरु जी बैठे ना गुरु ग्रंथ ਸਾਹਿਬ ਦੇ ਤਾਬਿਆਂ ਦੇ ਨਾਲ ही बिल्कुल, ਤੇ ਉਸ ਟਾਈਮ ਗੁਰੂ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਾਏ ਮੈਨੂੰ, ਲੇਕਿਨ ਸਾਨੂੰ ਕਰਾ ਤੇ ਦਿੱਤੇ, ਹੁਣ ਇੰਨੀ ਸਮਝ ਵੀ ਨਹੀਂ ਆਂਦੀ, ਉਸ ਟਾਈਮ ਇੰਨੀ ਉਮਰ ਵੀ ਨਹੀਂ ਸੀ ਕਿ ਹੋਏ, ਜਾਂ ਬਹੁਤ ਇਹੋ ਜਿਹੇ ਗਿਆਨੀ ਤਾਂ ਇੰਨੀ ਵੀ ਨਹੀਂ ਸੀ। ਮੈਂ ਆਪਣੇ ਅੰਕਲ ਨਾਲ ਗੱਲ ਕੀਤੀ, ਉਹਨਾਂ ਨੇ ਵੀ ਕੁਛ ਨਹੀਂ ਕਿਹਾ। ਫਿਰ ਮੈਂ ਆਪਣੇ ਮਦਰ ਨਾਲ ਵੀ ਗੱਲ ਕੀਤੀ, ਉਹ ਵੀ ਚੁੱਪ ਹੋ ਕੇ ਆਸ ਕਹਿੰਦੀ ਚਲੋ ਬੜੀ ਅੱਛੀ ਗੱਲ ਹੈ। ਉਹ ਗੱਲ ਬੀਤ ਗਈ। 7-8 ਸਾਲ ਬਾਅਦ ਨਾ ਗੁਰੂ ਜੀ ਮੈਨੂੰ ਪੁੱਛਦੇ ਨੇ ਕਿ ਐਤਕੀ ਛੁੱਟੀਆਂ 'ਚ ਕਿੱਥੇ ਜਾ ਰਹੇ ਹੋ, ਦਿੱਲੀ ਜਾ ਰਹੀ ਹਾਂ। ਮੈਂ ਕਿਹਾ ਜੀ ਗੁਰੂ ਜੀ ਦਿੱਲੀ ਜਾ ਰਹੇ ਆ, ਅੱਗੋਂ ਅਸੀਂ ਹਜ਼ੂਰ ਸਾਹਿਬ ਜਾਣ ਦਾ ਪ੍ਰੋਗਰਾਮ ਬਣਾਇਆ ਹੈ। ਮੇਰੇ ਬ੍ਰਦਰ ਵਗੈਰਾ ਦਿੱਲੀ ਰਹਿੰਦੇ, ਸਿਸਟਰ ਵੀ, ਮੰਮੀ ਵੀ, ਤੇ ਸਾਰਿਆਂ ਨੇ ਹਜ਼ੂਰ ਸਾਹਿਬ ਦਾ ਪ੍ਰੋਗਰਾਮ ਬਣਾਇਆ ਸੀ ਜਾਣ ਦਾ। ਉਸ ਟਾਈਮ ਗੁਰੂ ਜੀ ਨੇ ਮੈਨੂੰ ਕਿਹਾ ਕਿ ਹਾਲੀ ਵੀ ਤੈਨੂੰ ਲੋੜ ਹੈ ਹਜ਼ੂਰ ਸਾਹਿਬ ਜਾਣ ਦੀ, ਔਰ ਬੜੇ ਹੱਸ ਕੇ ਗੱਲ ਕਿਹਾ, ਔਰ ਕਹਿੰਦੇ ਕਿਧਰ ਹੋਰ ਘੁੰਮ ਕੇ ਆਓ, ਹੋਰ ਕਿਧਰ ਜਿੱਥੇ ਮਰਜ਼ੀ ਘੁੰਮ ਆਓ। ਅਸੀਂ ਥੋੜਾ ਜਿਹਾ ਚੁੱਪ ਜੇ ਕਰਕੇ, ਕਿਉਂਕਿ ਕਾਫੀ ਟਾਈਮ ਤੋਂ ਸੀਟਾਂ ਰਿਜ਼ਰਵ ਕਰਵਾ ਰਹੇ ਸੀ, ਲੇਕਿਨ ਸਾਡੀ ਵੇਟਿੰਗ ਹੋਈ ਨਹੀਂ, ਲਾਸਟ ਮੂਮੈਂਟ ਤੱਕ ਵੀ ਵੇਟਿੰਗ ਖਤਮ ਨਹੀਂ ਹੋਈ, ਔਰ ਫਿਰ ਸਾਡਾ ਹਜ਼ੂਰ ਸਾਹਿਬ ਜਾਣ ਦਾ ਕੈਂਸਲ ਹੋ ਗਿਆ। ਉਸ ਟਾਈਮ ਮੈਨੂੰ ਸਮਝ ਆਈ ਕਿ ਗੁਰੂ ਸਾਹਿਬ ਨੇ ਮੈਨੂੰ ਕਿਉਂ ਕਿਹਾ, ਔਰ ਉਹ ਗੱਲ ਸੱਚ ਸੀ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋਏ ਹੋਏ ਨੇ। ਔਰ ਤਾਈ ਗੁਰੂ ਜੀ ਨੇ ਮੈਨੂੰ ਉਦੋਂ ਕਿਹਾ ਕਿ ਹਾਲੇ ਤੈਨੂੰ ਲੋੜ ਹੈ ਉੱਥੇ ਜਾਣ ਦੀ, ਇਸ ਤਰ੍ਹਾਂ ਇਸ਼ਾਰਾ ਦਿੱਤਾ ਮੈਨੂੰ, ਤੇ ਔਰ ਤਾਂ ਮੇਰੇ ਦਿਮਾਗ ਸਮਝਾਇਆ ਸਨ, ਇਸ ਤਰ੍ਹਾਂ ਗੁਰੂ ਜੀ ਸਮਝਾਉਂਦੇ ਸੀ ਪਿਆਰ ਦੇ ਨਾਲ। ਔਰ ਫਿਰ ਅਸੀਂ ਉਹਦਾ ਨਾਮ ਕੀ ਗਏ ਮਾਊਂਟ ਆਬੂ ਬਾਈ ਰੋਡ, ਉੱਥੇ ਅਸੀਂ ਬ੍ਰਹਮ ਕੁਮਾਰੀਆਂ ਦੇ ਆਸ਼ਰਮ ਹੋ ਕੇ ਆਏ, ਔਰ उधम नगर बहुत ज्यादा गुरु जी ने घुमाया, कि अजमेर वगैरह सब घूम के आए बहुत ज्यादा। और बस गुरु जी ਦਾ ਕਦੀ ਹੁੰਦਾ ਹੀ ਨਹੀਂ ਸੀ, ਜਦੋਂ ਗੁਰੂ ਦਾ ਮੂਡ ਹੁੰਦਾ ਸੀ। ਇੱਕ ਮੈਂ ਬਾਜ਼ਾਰ ਗਈ ਹੋਈ ਸੀ, ਗੁਰੂ ਜੀ ਪਿੱਛੋਂ ਘਰ ਆ ਗਏ, ਬੱਚੇ ਦੋਨੋਂ ਬੇਟੇ ਚ ਘਰ ਸੀਗੇ, ਤੇ ਕਹਿੰਦੇ ਮੰਮੀ ਕਿੱਥੇ ਹੈ, ਕਹਿੰਦੇ ਗੁਰੂ ਜੀ ਪਤਾ ਨਹੀਂ ਬਾਜ਼ਾਰ ਗਏ, ਕਹਿੰਦੇ ਹਾਂ उस दुकान पे गई है, वो तो बुला के लिया। और फिर बेटा बुलाना आया, तो मैं घर आके आए थे, चलो गुरु जी ने क्या चल तू शिकंजी बना, देख मैं तेन लब लिया। मैं क्या हाँ जी गुरु जी।
ਤੇ ਅਸੀਂ ਬੈਠੇ ਸੀ, ਅਸੀਂ ਨਾਲ ਕਰਨਲ ਹੀਰਾ ਸਿੰਘ ਸੀਗੇ, ਦੋਨੋਂ ਮਿਸਟਰ ਮਿਸਿਸ ਦੋਨੋਂ। ਤੇ ਕਹਿੰਦੇ ਗੁਰੂ ਜੀ ਇੱਕ ਬੇਨਤੀ ਹੈ ਕਿ ਕਦੀ ਜ਼ਿੰਦਗੀ ਵਿੱਚ ਇਮਤਿਹਾਨ ਨਾ ਲੈਣਾ, ਕਿਉਂਕਿ ਇੰਨਾ ਸੀ ਸੁਣਿਆ ਹੋਇਆ ਸੀ ਸੰਤਾਂ ਦੇ ਇਮਤਿਹਾਨ ਮਹਾਂਪੁਰਖਾਂ ਦੇ ਬੜੇ ਮੁਸ਼ਕਲ ਹੁੰਦੇ ਨੇ। ਤੇ ਮੈਂ ਕਿਹਾ ਹੁੰਦੇ ਆ, ਬੜੇ ਪਿਆਰ ਨਾਲ ਗੱਲ ਕਰ ਰਹੇ, ਫਟਾਫਟ ਗੱਲ ਕਰ ਹੀ ਲਈਏ ਕਿ ਸਾਡੇ ਇਮਤਿਹਾਨ ਨਾ ਲੈਣਾ। ਕਹਿੰਦੇ ਹਾਂ ਮੈਂ ਬਿਲਕੁਲ ਨਹੀਂ ਲਾ, ਤੁਸੀਂ ਮੇਰੇ ਸਾਰੇ ਜਿਹਨੇ ਇਮਤਿਹਾਨ ਲਵੋ। ਕਹਿੰਦੇ ਕੋਈ ਵੀ ਤੁਸੀਂ ਜਿਹੜੀ ਵੀ ਸੰਗਤ ਕੋਈ ਵੀ ਜਾਣੀ ਬਾਹਰ ਜਦੋਂ ਆਉਂਦੀ ਹੈ ਅੰਦਰ ਪਹਿਲੀ ਵਾਰੀ ਤੇ ਪੁੱਛਦੀਆਂ ਹੁੰਦੀਆਂ ਨੇ ਇਹਨਾਂ ਚ ਕੁਛ ਹੈਗਾ ਵੀ ਹੈ, ਕੋਈ ਕਰਨੀ ਵਾਲੇ ਹੈਗੇ ਨੇ। ਬਾਹਰ ਗੇਟ ਤੇ ਤਕਰੀਬਨ ਲੋਕ ਪੁੱਛ ਲੈਂਦੇ ਸੀ, ਜਾਂ ਬਾਥਰੂਮ ਚ ਜਾਂਦੇ ਆਂਦੇ ਪੁੱਛ ਲੈਣਾ, ਹੱਥ ਧੋਣ ਵਕਤ ਪੁੱਛ ਲੈਣਾ। ਤਾਂ ਗੁਰੂ ਜੀ ਕਹਿੰਦੇ ਸੀ ਗੁੱਸਾ ਤੇ ਮੈਨੂੰ ਬੜਾ ਚੜਦਾ ਸੀ, ਦਿਲ ਤੇ ਮੇਰਾ ਵੀ ਕਰਦਾ ਸੀ ਇਹ ਆਂਟੀਆਂ ਨੂੰ ਨਾ ਇਹਦਾ ਨਾਲਾ ਤੋੜ ਦੇਵਾਂ, ਕਿਹੜਾ ਪਤਾ ਲੱਗੇਗਾ ਮਹਾਂਪੁਰਖਾਂ ਦੇ ਕੋਈ ਹੈ ਕੁਛ ਕਿ ਨਹੀਂ। ਔਰ ਸਾਨੂੰ ਤਾਂ ਵੀ ਇੰਨੀ ਸਮਝ ਨਹੀਂ ਆਈ, ਅਸੀਂ ਤਾਂ ਹੱਸਦੇ, ਮਤਲਬ ਇਸ ਤਰ੍ਹਾਂ ਗੱਲ ਚਲਦੀ ਕਰਦੇ ਰਹਿੰਦੇ ਸੀ। ਉਸ ਤੋਂ ਬਾਅਦ ਜਦੋਂ ਪਹਿਲੀ ਵਾਰੀ ਦਿੱਲੀ ਗੁਰੂ ਜੀ ਗਏ ਨੇ ਗ੍ਰੇਟਰ ਕੈਲਾਸ਼, ਉਦੋਂ ਸਾਨੂੰ ਬੜਾ ਅਜੀਬ ਲੱਗਾ। ਅਸੀਂ ਕਦੀ ਸੋਚ ਹੀ ਨਹੀਂ ਸਕਦੇ ਸੀ ਕਿ ਗੁਰੂ ਜੀ ਦਿੱਲੀ ਚਲੇ ਜਾਣਗੇ ਔਰ ਇੱਥੇ ਕੋਈ ਵੀ ਨਹੀਂ ਹੋਗਾ ਸਾਡੇ ਕੋਲ, ਕਿਉਂਕਿ ਸਾਡੇ ਤੇ ਮੈਨੂੰ ਤੇ ਇੰਝ ਹੀ ਲੱਗਦਾ ਸੀ ਸਾਡੇ ਫਰੈਂਡਸ ਵੀ ਆਈ ਨੇ, ਸਾਡੇ ਰਿਸ਼ਤੇਦਾਰ ਵੀ ਆਈ ਨੇ, ਜਦੋਂ ਮਰਜ਼ੀ ਅਸੀਂ ਅੰਦਰ ਆ ਜਾਂਦੇ ਹਾਂ, ਜਦੋਂ ਮਰਜ਼ੀ ਇਹਨਾਂ ਨਾਲ ਬੈਠ ਕੇ ਗੱਪਾਂ ਮਾਰ ਕੇ ਫਿਰ ਘਰ ਚਲੇ ਜਾਂਦੇ ਹਾਂ। ਕਦੀ ਮਹਿਸੂਸ ਨਹੀਂ ਹੋਇਆ ਕਿ ਇੰਨੇ ਵੱਡੇ ਮਹਾਂਪੁਰਖਾਂ ਦੇ ਕੋਲ ਅਸੀਂ ਬੈਠਦੇ ਹਾਂ। ਉਹ ਤਾਂ ਹੁਣ ਸੰਗਤ ਨੇ ਦੱਸਿਆ, ਸੰਗਤ ਜਾਣ ਤੋਂ ਬਾਅਦ ਗੁਰੂ ਜੀ ਨੂੰ ਪਤਾ ਲੱਗਾ ਕਿ ਗੁਰੂ ਕੀ ਸੀਗੇ, ਉਹ ਵੀ ਸਾਨੂੰ ਹਾਲੀ ਪੂਰੀ ਸਮਝ ਨਹੀਂ ਹੈ। ਮਹਾਸ਼ਿਵ ਸੀ ਕੀ ਸੀ, ਉਹ ਵੀ ਸਾਨੂੰ ਹਾਲੀ ਕੋਈ ਸਮਝ ਨਹੀਂ ਹੈ। ਸਾਡਾ ਪਿਆਰ ਹਾਲੀ ਵੀ ਕਈ ਵਾਰੀ ਉਹ ਪੁਰਾਣਾ ਹੀ ਰਹਿੰਦਾ ਹੈ। ਤੇ ਜਦੋਂ ਗ੍ਰੇਟਰ ਕੈਲਾਸ਼ ਗਏ ਤੇ ਫਿਰ ਬੜਾ ਹੋਇਆ, ਚਲੋ ਉਦਾਸ ਬੜੇ ਹੋ ਗਏ, ਗੁਰੂ ਜੀ ਚਲੇ ਗਏ ਨੇ। ਤੇ बेटी ਦੇ एग्जाम खत्म हुए, पहले गया था सी जिस दिन पेपर लास्ट पेपर वाले दिन ही मेरी टिकट करा तो मैं दिल्ली चली जाती। ते कहते ठीक है जाओ। अस दिल्ली आए थे ना, आके सीधे गुरु जी के मंदिर ही गए, मैं अपने मदर को नहीं गए। पहले मैं कैसे मैं सीधा मंदिर ही जावांगे, गुरुकुल जावांगे, फिर जावांगे बाकी। और थोड़े जे ना गुरु जी बदले बदले लगे, जिस तरह दिल्ली का माहौल सी जहाँ सी थोड़े महसूस हो गए भी थोड़े चुप ने है। और पता नहीं ए ते बदल ही गए ने, यही लगे कि बदल गए ने सन शायद पछाणदे ही नहीं है ਅਸੀਂ ਤੇ। मैं और मेरी सिस्टर सी सीढ़ियां गई ने 7-8 ग्रेटर क्लास ਦੇ ਮੰਦਰ ਵਿੱਚ। ਅਸੀਂ ਦੋਨੋਂ ਮੈਂ सीढ़ी ਤੇ ਬੈਠ ਕੇ ਗਿਆ, ਮੈਂ ਕਿ ਸਾਡੇ स्वामी जी बदल गए, ਅਸੀਂ ਉਦੋਂ स्वामी जी ਕਹਿੰਦੇ ਸਨ ਸਭ। मैं क्या दिल्ली आके ना स्वामी जी बदल गए, बस दिल्ली दी हो गया, बस दिल्ली वालियां ਦੇ ਵਿੱਚ ਹੋ ਗਿਆ ਹੁਣ ਤੇ। ਪਤਾ ਨਹੀਂ ਗੁਰੂ ਜੀ ਕਿਧਰੋਂ ਆਏ ਨੇ, ਅੰਦਰ ਬੈਠੇ ਸੀ ਅਸੀਂ ਤੇ ਹਾਲ 'ਚ ਦੇਖਦੇ ਪਏ ਸਾਂ, ਬਾਹਰੋਂ ਦੀ ਕਿੱਥੋਂ ਆਏ ਨੇ। ਇੱਕ ਗਲੇ 'ਚ ਮੇਰੇ ਗਲੇ 'ਚ ਔਰ ਦੂਸਰੇ ਮੇਰੇ ਸਿਸਟਰ ਦੇ ਗਲੇ ਰਾਤ ਵਾਰ ਕੇ ਕਹਿੰਦੇ ਨੇ ਲੋ ਤੁਹਾਡੇ स्वामी जी आ गए ਨੇ, ਹੁਣ ਬੋਲੋ ਠੀਕ ਹੋ, ਖੁਸ਼। ਤੇ ਅਸੀਂ ਬੜੇ ਖੁਸ਼ ਹੋਏ ਕਿ ਨਹੀਂ ਗੁਰੂ ਜੀ ਨੇ ਉਸ ਤਰ੍ਹਾਂ ਹੀ ਪਿਆਰ ਕੀਤਾ ਜਿਸ ਤਰ੍ਹਾਂ ਸਾਨੂੰ ਮਿਲਦਾ ਹੈ। ਤੇ ਅਸੀਂ ਵੀ ਬਹੁਤ ਖੁਸ਼ ਹੋਏ ਵੀ ਠੀਕ ਹੈ ਗੁਰੂ ਸਾਹਿਬ ਨੇ ਚਲੋ ਸੁਣ ਲਿੱਤਾ। ਪਰ ਗੁਰੂ ਜੀ ਨੇ ਫਿਰ ਅਸੀਂ ਰੱਖੇ ਜਦ, ਪਰ ਉਸ ਤੋਂ ਬਾਅਦ ਗੁਰੂ ਜੀ ਥੋੜੇ ਦਿਨ ਰਹਿ ਕੇ ਜਲੰਧਰ ਵਾਪਿਸ ਆਏ ਗਏ ਸੀ। ਤੇ ਫਿਰ ਉਹ ਗੱਲ ਅਸੀਂ ਹੋਇਆ ਵੀ ਚਲੋ ਥੋੜੇ ਦੇਰ ਲਈ ਗਏ ਸੀ, ਕੋਈ ਗੱਲ ਨਹੀਂ, ਹੁਣ ਤੇ ਸਾਡੇ ਨਾਲ ਉਸ ਤਰ੍ਹਾਂ ਹੀ ਹੈਗੇ ਨੇ। ਤੇ ਬੱਚਿਆਂ ਨੂੰ ਵੀ ਹੁੰਦਾ ਸੀ ਵੀ ਐਗਜ਼ਾਮ ਦੇਣ ਜਾਣਾ, ਕੁਛ ਪਹਿਲੇ ਗੁਰੂ ਜੀ ਨੂੰ ਮੱਥਾ ਟੇਕ ਕੇ ਜਾਣਾ ਹੈ, ਮੰਦਿਰ ਹੋ ਕੇ ਜਾਣਾ ਹੈ। ਤੇ ਮੇਰੇ ਬੇਟੇ ਦੇ ਫਾਈਨਲ ਐਗਜ਼ਾਮ ਸੀ ਉਹਦੇ ग्रेजुएशन दे, और गुरु जी ने कहा भी अब मेरे कपड़े रेगुलर वाले ने देख के और मैनू दस के जाना है, और स्कूटर तेज नहीं चलाना। कहते मैं चले ते गया, कपड़े भी देते, स्कूटर तो मैं तेज ही चलाया क्योंकि मेरा टाइम हो चुका होया सी, पेपर स्टार्ट होता मेरा हाली पहुंचना अपने जड़े पहुंचना से अपने टाइम लगना सी, जाते आधा घंटे का टाइम रस्ते का भी टाइम सीगा। कहते जाते वाले स्कूटर बहुत तेज चलाया सी। और जो ही मैं अपने एग्जामिनेशन हॉल पहुंचा और उदों पेपर आधा घंटा क्वेश्चन पेपर ही पिछों अमृतसर तो आधा घंटा लेट पहुंचे सी, और उस तो बाद ही आधे घंटे बाद पेपर स्टार्ट होया ਉਹਦੇ ਪਹੁੰਚਣ ਤੋਂ ਬਾਅਦ ਵੀ। ਪਰ ਬੱਚੇ ਇਸ ਤਰ੍ਹਾਂ ਸੀ। ਔਰ ਇਹਨੇ ਫਾਈਨਲ ਜਿਹੜਾ ਸੀਗਾ ਗੁਰੂ ਸਾਹਿਬ ਦੀ ਇੰਨੀ ਕਿਰਪਾ, ਇਹਨੇ ਹਾਲੀ ਫਾਈਨਲ ਐਗਜ਼ਾਮ ਦੇਣਾ ਸੀ ਬੀਕਾਮ ਦਾ, ਔਰ ਇਹਦੀ ਐਡਮਿਸ਼ਨ MBA ਕਰਵਾਤੀ ਸੀ ਗੁਰੂ ਜੀ ਨੇ। ਗਿਆ ਸੀ ਜਦੋਂ ਇੰਟਰਵਿਊ ਤੇ, ਔਰ ਇਹਦੀ ਉਦੋਂ ਐਡਮਿਸ਼ਨ ਹੋ ਗਈ ਸੀ, ਔਰ ਇਹਨੇ ਫਾਈਨਲ ਐਗਜ਼ਾਮ ਬਾਅਦ ਚ ਦਿੱਤਾ। ਇਸ ਵਕਤ ਮੇਰੇ ਬੜੇ ਬੇਟੇ ਦਾ ਸੀਗਾ 7 ਜੁਲਾਈ ਸੀ ਵੱਡੇ ਮੰਦਰ ਗੁਰੂ ਜੀ ਦਾ बर्थडे सेलिब्रेशन हो रही सी, उदों मैं ਅਸੀਂ ਗਏ ਤੇ ਇੰਨੇ ਰਸ਼ ਵਿੱਚ ਵੀ ਨਾ ਗੁਰੂ ਜੀ ਨੇ ਜਦੋਂ ਆਗਿਆ ਦਿੱਤੀ ਰਾਤੀ ਲੇਟ, ਤੇ ਤਾਂ ਵੀ ਕਹਿਤਾ ਮੈਨੇ ਆਂਟੀ ਜਾ ਤੈਨੂੰ ਮੈਂ ਪੋਤਾ ਦਿੱਤਾ,
ਕਰੋੜਾਂ ਰੁਪਏ ਖਰਚ ਦਿੰਦੀ ਤੇ ਇਹ ਬੱਚਾ ਨਹੀਂ ਸੀ ਹੋਣਾ, ਔਰ ਮੈਂ ਤੈਨੂੰ ਦੇ ਦਿੱਤਾ। ਗੁਰੂ ਜੀ ਨੇ ਆਪਣੇ ਬਰਥਡੇ ਵਾਲੇ ਦਿਨ ਸਾਰੇ ਅੰਨੇ ਸੰਗਤ ਦੇ ਵਿੱਚ ਵੀ ਯਾਦ ਰੱਖਿਆ, ਇਹ ਉਹਨਾਂ ਦੀ ਵਡਿਆਈ, ਇਹ ਸਾਡੀ ਕਿਸਮਤ ਸੀ ਕਿ ਗੁਰੂ ਜੀ ਦਾ ਇਸ ਤਰ੍ਹਾਂ ਪਿਆਰ ਸਾਨੂੰ ਮਿਲਦਾ ਰਿਹਾ। ਉਸ ਤੋਂ ਬਾਅਦ ਜਦੋਂ ਅਸੀਂ ਕੋਠੀ ਬਣੀ, ਥੋੜੀ ਦੇਰ ਬਾਅਦ ਨਾ 4-5 ਸਾਲ ਬਾਅਦ ਥੋੜਾ ਇਸ ਤਰ੍ਹਾਂ ਹੋ ਗਿਆ ਕਿ ਕੋਠੀ ਵੇਚਣ ਦੇ ਹੋ ਗਿਆ ਸੀ ਥੋੜਾ। ਉਦੋਂ ਕਮੇਟੀਆਂ ਕੋਠੀਆਂ ਕੁਛ ਇੱਥੇ ਜਲੰਧਰ ਚ ਹੋਇਆ ਸੀ ਵੀ, ਲੋਕਾਂ ਦੀਆਂ ਕਮੇਟੀਆਂ ਬੜੀਆਂ ਹੋ ਗਈ ਸੀ। ਉਸ ਪਿੱਛੇ ਸਾਡੇ ਵੀ ਕਿਸੇ ਨੇ ਪੈਸੇ ਸਾਡੇ ਰਿਸ਼ਤੇਦਾਰਾਂ ਨੇ ਦੇਣੇ ਸੀ, ਪਰ ਉਹ ਨਹੀਂ ਦੇ ਪਾਏ, ਉਹ ਪਤਾ ਨਹੀਂ ਕਿਸ ਤਰ੍ਹਾਂ ਕਰਕੇ, ਤੇ ਸਾਨੂੰ ਕੋਠੀ ਵੇਚਣੀ ਪਈ ਉਹ ਪੈਸੇ ਦੇਣ ਲਈ। ਔਰ ਮੈਂ ਇੱਕ ਦਿਨ ਸੋਚਿਆ ਕਿ ਚਲੋ ਗੁਰੂ ਜੀ ਕੋਲ ਜਾਣੇ ਆ, ਗੁਰੂ ਜੀ ਨਾਲ ਗੱਲ ਕਰਨੀ ਹੈ ਕਿ ਗੁਰੂ ਜੀ ਮੈਂ ਨਹੀਂ ਕੋਠੀ ਨਾ ਵੇਚੀਏ, ਤੁਸੀਂ ਆਪ ਹੀ ਆਏ ਹੋਏ ਹੋ ਸਰ ਕੋਠੀ ਚ 2-3 ਵਾਰੀ। ਤੇ ਇਹ सोच के मैं जा रही सी, अंदर बस गेट लॉक करने लगा, फिर एकदम दिमाग से आया कि गैस चेक कर जाओ एक बारी। बस वही चेक करने दोबारा वापस आई है ते बेल हुई है, मैं इस टाइम कौन आ गया, मैं तो गुरु जी वाल जाना सी। ते देखिया गुरु जी आप आ गए, कहते किथे जा रही हैं, लॉक शॉक करके। मैं गुरु जी तुहाडे वाल ही जा रही सा। कहते देख फिर मैं आ गया, तू मैं याद किया तू जा रही से, तो मैं आ गया। नाल गुरु जी दे 2 जने होर भी सी। गुरु जी आके सीधा ना उन्होंने कोठी दिखान लग पे, बाबा जी का कमरा है ऊपर है वाले जाके ऊपर बाबा जी का कमरा बनया है, ऊपर असर है ते रूम ने है, बेडरूम ने। मैनू बड़ा थोड़ा जिहा लगा, मैं ते गल करन जा रही सी कि ਅਸੀਂ बेचना नहीं चाहते, और गुरु जी तो आप दिखा रहे ने भी ਤੁਸੀਂ ਇਹ ਲੈ ਲਓ कोठी। चुप करके फिर उस तो अगे ਅਸੀਂ कुछ नहीं बोल सकते सी, ਅਸੀਂ कुछ किया भी नहीं, और गुरु जी ने अपने आप ही बहुत प्यार बहुत कुछ दिता, सन नहीं पता। और जिस दिन कोठी जिन्हें ਲਈ ਹੀ ਉਹ ਵੀ ਸਰਦਾਰ ਫੈਮਿਲੀ ਸੀ, ਉਹਨੇ ਆ ਕੇ ਬਾਬਾ ਜੀ ਸਾਡੇ ਬਾਬਾ ਜੀ ਕਮਰਾ ਜਿਹੜਾ ਬਣਿਆ ਸੀ ਉੱਥੇ ਅਰਦਾਸ ਕੀਤੀ ਕਿ ਇਹ ਕੋਠੀ ਮੈਂ ਦਿਲਵਾ ਦਿਓ। ਔਰ ਫਿਰ ਜਦੋਂ ਲਾਸਟ ਐਗਰੀਮੈਂਟ ਹੋਣਾ ਸੀ, ਸਾਡਾ ਰਜਿਸਟਰੀ ਹੋਣੀ ਸੀ, ਗੁਰੂ ਸਾਹਿਬ खुद आए कोठी विच और कोल बैठ के गुरु साहब ने करवाया। और उदो घर विच कोई समान भी नहीं सी, ते कहंदे बैठ नूं कोई कपड़ा कुपड़ा कोई हमें मैला जो कोई शीट पई सी, मिट्टी पई सी, गुरु जी ने उत्थे बैठ के अपने हाथ नाल ही सब कुछ करवा के ते क्या, ताकि असीं उदास ना होइए, पता नहीं गुरु दी की कृपा सी, सानू कुछ नहीं पता इस मामले च। बस इस तरह गुरु साहब ने कदी मतलब बिना कहीं गुरु को सब कुछ दे रहा सी, ते की मंगना हुंदा सी, समझ नहीं आ रही। और बेटी सी, बेटी नूं इन्ना प्यार गुरु जी ने दिता, ਇਹ ਤੇ ਉੱਥੇ ਜਾ ਕੇ ਬਸ ਠੀਕ ਹੈ, ਜੋ ਜਾਂਦੀ ਸੀ ਪਹਿਲਾਂ 2-2.5 ਸਾਲ ਦੀ ਸੀ ਤੇ ਜਪਜੀ ਸਾਹਿਬ ਦਾ ਪਾਠ ਗੁਰੂ ਜੀ ਨੇ ਸਿਖਾਣਾ ਸ਼ੁਰੂ ਕੀਤਾ, ਔਰ ਇਹਨੇ ਬੜੀ ਜਲਦੀ ਮੂੰਹ ਜ਼ਬਾਨੀ ਇਹਨੂੰ ਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਆਇਆ। और सारी संगत से बैठ के इन्हें सुनाना। और उस तो बाद गुरु जी ने कहना चल मोटो तू मेरे को रह जा, कहती मैं नहीं तुहाडे कोल रहना, तुहाडे घर चावल नहीं बनते ते मैं नहीं रहना, मैं चावल खाने ते मैं नहीं तुहाडे कोल रहना। कहते नहीं नहीं चल मैं तेन चावल भी बना के खिलावांगा, तू रह ले। कहती ना रहना नहीं है तुहाडे कोल, रहना मैं अपने पापा कोल ही है। बस फिर कहती गुरु जी मेरा दिल करदा है ਤੁਹਾਡੇ ਕਿਉਂਕਿ ਗੁਰੂ ਜੀ ਤੇ ਸਾਰੇ ਫੁੱਲੀ ਕਾਰਪੇਟ ਹੁੰਦਾ ਸੀ ਕਿ ਮੈਂ ਹੀਲ ਪਾ ਕੇ ਨਾ ਤੁਹਾਡੇ ਕਾਰਪੇਟ ਤੇ ਚੱਲਣਾ, ਤੇ ਕਹਿੰਦੇ ਚੱਲ ਲੈ ਮੋਟੋ, ਮੈਂ ਤੈਨੂੰ ਮਨਾ ਨਹੀਂ ਕਰਦਾ, ਚੱਲ ਲੈ ਚੱਲ ਲੈ। ਔਰ ਬਸ ਦੱਸ ਰਹੀ मतलब बच्चों ਨੂੰ ਵੀ ਨਹੀਂ ਸੀ ਲੱਗਦਾ ਕਿ ਇੰਨੇ ਵੱਡੇ, ਤਾਂ ਸਾਨੂੰ ਸਮਝ ਨਹੀਂ ਆ ਰਹੀ ਸੀ ਕਿ ਕਿਸ ਤਰ੍ਹਾਂ ਹੈ। ਇੱਕ ਦਿਨ ਸਵੇਰੇ ਮੈਂ ਗੁਰਦੁਆਰੇ ਉੱਤੇ ਗੁਰਦੁਆਰੇ ਮੱਥਾ ਟੇਕੇ ਤੇ ਗੁਰੂ ਜੀ ਦੇ ਮੰਦਿਰ ਚਲੇ ਗਏ। उस टाइम सुदाम होंगे सी सेवा, उन्होंने सफाई सुई कर दी थी। मैं फिर थोड़ी देर बाद 7 बजे मैं पहुंची सवेरे, तो गुरु जी कहते चल आ गई है, ठीक है चल बर्तन साफ करते, मैं तेन बर्तन खाली करके देना वा, तू बर्तन साफ कर दे। ते मैं कहा जी ठीक है। मैं किचन च गई तो गुरु जी पीछे आके अपनी फ्रिज चो दूध वाला बर्तन बेला करना कुछ करना, सारे बर्तन कट के दे जा रहे थे। ते कहते चल तू बर्तन कर ते मैं चाह बनाना। मैं कहा जी ठीक है ठीक है, एक काम मैं कर रही, गुरु मेरा काम कर रहा। और असी आराम दे नाल कोई गल नहीं की हो गया, गुरु जी ने चाह बना के पिलाई है। दसो साडे वर्गा किस्मत साडी, देखो सन हुण समझ आई है कि असी की कुछ लिया गुरु को कि नहीं। एक चीजां दा कोई मोल नहीं, कोई प्यार दा वो नहीं, कुछ समझ नहीं आ रही किस तरह सी। एक बार गुरु जी ने क्या कोई फंक्शन ते जाना सी, सानू नहीं पता फंक्शन ते जाना सी, ते मैनू कहंदे ने अंकल दी रोटी बना के दिया, बना के रखा, बेटी नू घर छोड़ा और सोने सोने कपड़े पा के आ जाना, तैयार हो गए।
ਕਿਤੇ ਜਾਣਾ ਹੈ। ਬਾਈ ਚਾਂਸ ਸਾਡੇ ਘਰ ਉਸ ਦਿਨ ਕੋਈ ਬੱਚਿਆਂ ਦਾ ਟੀਚਰ ਇੱਕ ਆ ਗਿਆ ਤੇ ਉਹਨੂੰ ਮੈਂ ਚਾਹ ਵਗੈਰਾ ਬਣਾਉਣ ਤੇ ਮੈਨੂੰ ਥੋੜਾ ਟਾਈਮ ਲੱਗਾ ਤੇ ਬਣਾ ਕੇ ਤੇ ਮੈਂ ਫਿਰ ਜਦੋਂ ਆਏ ਤੇ ਗੁਰੂ ਜੀ ਜਾ ਚੁੱਕੇ ਸੀ, ਮੰਦਿਰ ਗਏ ਤੇ ਸ਼ਗਨ ਅੰਕਲ ਕਹਿੰਦੇ ਨੇ ਕਿ ਗੁਰੂ ਜੀ ਤੁਹਾਡੀ ਵੇਟ ਕਰ ਕਰਕੇ ਗਏ ਨੇ। ਬੜਾ ਮਨ ਦੁਖਿਆ ਵੀ ਅਸੀਂ ਗੁਰੂ ਕੋਲੋਂ ਵੇਟ ਕਰ ਆਈਏ ਔਰ ਹੁਣ ਸਾਨੂੰ ਪਤਾ ਹੀ ਨਹੀਂ ਜਾਣਾ ਕਿੱਥੇ ਹੈ, ਕਿਹੜੇ ਫੰਕਸ਼ਨ ਤੇ ਜਾਣਾ, ਸਾਨੂੰ ਕੁਝ ਨਹੀਂ ਪਤਾ। ਇੰਨਾ ਪਤਾ ਸੀ ਕਿਸੇ ਪ੍ਰੋਫੈਸਰ ਦੇ ਬੇਟੇ ਦੀ ਰਿਸੈਪਸ਼ਨ, ਫਿਰ ਉੱਥੇ ਇੱਕ ਕੋਠੀ ਚ ਪ੍ਰੋਫੈਸਰ ਸਾਹਿਬ ਰਹਿੰਦੇ ਸੀ, ਉਹਨਾਂ ਸਾਨੂੰ ਪਤਾ ਸੀਗਾ ਵੀ ਇੱਥੇ ਇੱਕ ਪ੍ਰੋਫੈਸਰ ਰਹਿੰਦੇ ਨੇ। बेटे ने क्या जब फिर बेटा पूछन गया भाई सर इस तरह तो केड़े प्रोफेसर दे बेटे दी रिसेप्शन लगी है, वो कहते इस तरह मैंने एग्जैक्टली नहीं पता लेकिन प्रिंसिपल है कॉलेज दा ਉਹਨਾਂ ਦੇ ਬੇਟੇ ਦੀ ਰਿਸੈਪਸ਼ਨ ਹੋਈ ਔਰ ਉਹ ਕਾਫੀ ਦੂਰ ਪੈਂਦੀ ਸਾਡੇ ਘਰ ਤੋਂ ਤੇ ਪੋਲੀਟੈਕਨਿਕ ਦੇ ਸੀਗੇ ਪ੍ਰਿੰਸੀਪਲ। ਫਿਰ ਅਸੀਂ ਗਏ ਉੱਥੇ और अंदर गए देखा कि संगत थोड़ी जी संगत लगी, साडी संगत अगे देख लिया पर उसके शायद भी मुंडे उन्होंने फोन गए थोड़ी अगे होर गए तो देखा गुरु जी भी गए उत्थे। गुरु जी ने मत्था टेकिया, गुरु जी ने मुंह को मारिया, जवाब नहीं दिता, बुलाया ही नहीं। बस मैं और मेरा बेटा खड़े रहे, उनकी करिए गुरु जी को नाराज हो गए। गलती साडी सी कि असीं गुरु जी नूं वेट कराई और सारी वो जड़े बाकी संगत सी उन्होंने कहा जाओ 2 पैग लगा के आओ और खाना वाना खा के आओ और असी खड़े हैं उत्थे ते जे एक और सीगे अंकल के सी ਉਹਨਾਂ ਦੀ ਮਿਸਿਸ ਨੂੰ ਕਹਿੰਦੇ ਨੇ ਕਿ ਚੱਲ ਤੁਸੀਂ ਘਰ ਚਲੋ ਤੇ ਘਰ ਨਾ ਆਲੂ ਵੜੀਆਂ ਬਣਾਓ, ਪਰੌਂਠੇ ਬਣਾਓ ਤੇ ਮੈਂ ਆ ਰਿਹਾ ਹਾਂ, ਸੰਗਤ ਲੈ ਕੇ ਆ ਰਿਹਾ, ਤੁਸੀਂ ਘਰ ਜਾ ਕੇ ਬਣਾਓ। ਤੇ ਉਹਨਾਂ ਨੇ ਫਿਰ ਮੈਨੂੰ ਕਹਿੰਦੇ ਵੀ ਤੁਸੀਂ ਮੇਰੇ ਨਾਲ ਚੱਲਦੇ ਹੋ? ਮੈਂ ਕਿਹਾ ਹਾਂ ਚਲੋ ਮੈਂ ਤੁਹਾਡੇ ਨਾਲ ਚੱਲਦੀ ਹਾਂ, ਥੋੜੀ ਹੈਲਪ ਹੋ ਜਾਏਗੀ, ਚਲੋ ਚੱਲਦੇ ਹਾਂ। ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਘਰ ਚਲੇ ਗਏ, ਪਿੱਛੋਂ ਗੁਰੂ ਜੀ ਆਏ, ਉੱਥੇ ਸੰਗਤ ਵੀ ਆਈ ਨਾਲ, ਜਿਹੜੀ ਸੰਗਤ ਉੱਥੇ ਖਾਣਾ ਖਾ ਕੇ ਆਏ ਸੀ। ਗੁਰੂ ਜੀ ਨੇ ਉਹਨਾਂ ਨੂੰ ਸਾਰਿਆਂ ਨੂੰ ਪਰੌਂਠੇ 2-2 ਪਰੌਂਠੇ ਪਤਾ ਨਹੀਂ ਕਿੰਨਾ ਕਿਸ ਤਰ੍ਹਾਂ ਦਿੱਤੇ, ਖਵਾਇਆ ਸਭ ਨੂੰ ਔਰ ਸਾਨੂੰ ਨਹੀਂ ਪੁੱਛਿਆ, ਕਹੇ ਨਹੀਂ ਵੀ ਤੁਸੀਂ ਖਾ ਲਓ। ਅਸੀਂ ਚੁੱਪ ਰਹੇ, ਉਨਕੀ ਗਈ ਗਲਤੀ ਹੋ ਚੁੱਕੀ ਹੋਈ ਹੈ और गुरु जी देखो माफ किस तरह करते हैं। उत्थे सारी संगत फिर थोड़े बैठा के फिर कहते चलो सब जी ने अपने अपने घर जाओ ते मेरे बेटे का नाम लैके कहते ने चल भी तू मेरे पीछे गड्डी लैके आ। और असी फिर पीछे गड्डी लैके मंदिर गए। गुरु जी ने जाके ठंडा दूध कैंपा कोला पा के बड़ा पैंट फुंट के सानू बना के पिलाया, कहते चलो भुख लगी होनी है, चलो मैं बना रहा ते पियो। फिर वो सानू गुरु साहब ने अपने हाथों का बनाया होया दूध भी दिता, प्रसाद दिता, जो मर्जी समझ लो कि कुछ किन्नियां बरकतां सी। सब जानी जान हो, संगत बहुत जानी जान है, सानू नहीं समझ आए। ਅਸੀਂ ਤੇ बस गुरु साहब ने भोले भाई बस करते रहते सी। और एक बार ये गुरु जी सिर से घर आए ते कहंदे ने कि इस तरह अंकल नु कहे तेनू ना कैंटू छोड़ जाएंगे और उत्थे कीर्तन है, उन्होंने अंकल ने आना है कैंट जाना सी, ਅਸੀਂ कैंट जाना सी, किसी अंकल ਦੇ ਘਰ ਕੀਰਤਨ ਸੀਗਾ ਤੇ ਉਹ ਰਾਗੀ ਸਿੰਘਾਂ ਨੇ ਆਣਾ ਸੀ, ਕੋਈ ਗੁਰੂ ਜੀ ਦੇ ਵਾਕਫ ਹੀ ਸੀ ਉਹ ਵੀ। ਤੇ ਮੈਂ ਕਿਹਾ ਗੁਰੂ ਜੀ ਮੈਂ ਨਹੀਂ ਜਾ ਸਕਦੀ, ਮੇਰੀ ਬੇਟੀ ਨੇ ਸਕੂਲ ਜਾਣਾ ਹੈ। मैं भी इस तरह मैं कहती गुरु जी मैं नहीं आना, मेरी बेटी ने स्कूल जाना है। कहते हाँ उन्हें बढ़िया डीसी बनना है, चल चुप करके आ जा, तू कोई डीसी बनना उन्हें। ते फिर वो कहते चलो इस तरह मतलब असि जवाब भी दे देंगे सी कई बारी, चलो कोई गल नहीं। और वाकई बहुत सोना कीर्तन से और गुरु जी की कृपा तो बाद कीर्तन च रस आना शुरू हो गया। जो गुरु जी ने कहा उस दिन तो बाद कीर्तन च रस आना शुरू हो गया। ए गुरु ने बहुत बड़िया बरकतां मेरा कीतियां ने, दस नहीं सकते। और भी गुरु जी ने बड़े कुछ स्पिरिचुअल दिखाया, बहुत कुछ दिखाया जिदा कि सानू पता ही नहीं, बाहर से पता लगता सी भी असी वो गल्लां कर ही ना सके गुरु दे नाल। गुरु तुसी इन्ना कुछ दिता सानू। एक सर्दियों के दिन सी, दिसंबर शायद रात 11-12 बजे का टाइम सीगा ते गुरु जी ने शगर अंकल और एक और किसी ड्राइवर नु घर भेजा, कहते जाओ आंटी वाल हो के आओ। ते पहले ही तो खोलिया दरवाजा ते मैं क्या बिठाया उन्होंने
और अंकल भी सोए हुए थे। मैं क्या उठो भाई, शगन अंकल आए ने नाल, और अंकल आए ना जो, ते उठ के मेरे हस्बैंड उठ के आ गए साथ। बस कॉफी वगैरह जो उन्होंने चाहते सी कॉफी वगैरह पीती, थोड़ी देर बैठे, थोड़ी सत्संग किया, कुछ किया। पता नहीं केड़ा इम्तिहान सी की सी, शगन अंकल कह गए गुरु जी खुश हो गए ਤੁਹਾਡੇ ਕੋਲ। ਮੈਨੂੰ ਬਸ ਇੰਨੀ ਗੱਲ ਪਤਾ ਲੱਗੀ, ਮੈਨੂੰ ਨਹੀਂ ਪਤਾ ਗੁਰੂ ਜੀ ਨੇ ਕਿਉਂ ਉਹਨਾਂ ਨੂੰ ਭੇਜਿਆ ਸੀ, ਕੀ ਸੀ, ਇਹ ਗੁਰੂ ਜਾਣਦਾ ਹੈ ਜਾਂ ਗੁਰੂ ਦੇ ਸੰਗ ਉਹ ਸ਼ਗਨ ਜਾਣ, ਸਾਨੂੰ ਨਹੀਂ ਪਤਾ। ਅਸੀਂ ਤਾਂ ਭੋਲੇ ਬਾਬਾ, ਬਸ ਸਾਨੂੰ ਜੋ ਜਿਸ ਤਰ੍ਹਾਂ ਗੁਰੂ ਜੀ ਹੁਕਮ ਹੁੰਦੇ ਉਸ ਸੇ ਆਪਣੇ ਆਪ ਹੀ ਕਰਦੇ ਨੇ, ਆਪਣੇ ਆਪ ਹੀ ਜਵਾਬ ਦੇ ਦਿੰਦੇ, ਸਾਨੂੰ ਨਹੀਂ ਪਤਾ। ਮੇਰਾ ਨਾ ਛੋਟਾ ਬੇਟਾ ਬਹੁਤ ਛੋਟਾ ਹੁੰਦੇ ਬਿਮਾਰ ਰਹਿੰਦਾ ਸੀ, ਕਾਫੀ ਜ਼ਿਆਦਾ। ਹੁਣੇ ਟੈਂਪਰੇਚਰ ਹੈ 104 ਹੋ ਜਾਂਦਾ ਹੈ, ਉਦੋਂ ਘਰ ਫੋਨ ਵੀ ਨਹੀਂ ਸੀ ਹੁੰਦੇ ਉਦੋਂ ਸਾਡੇ, ਤੇ ਬੜੀ ਹੁੰਦਾ ਸੀ ਵੀ ਕਿਸ ਤਰ੍ਹਾਂ ਸ਼ਾਪ ਤੇ ਫੋਨ ਕਰਨਾ ਤੇ ਡਾਕਟਰਸ ਨੂੰ ਘਰ ਬੁਲਾਣਾ ਹੈ, ਤੇ ਇਸ ਤਰ੍ਹਾਂ ਚਲੋ ਸ਼ਾਇਦ ਤਾਂ ਹੀ ਗੁਰੂ ਜੀ ਵੱਲ ਪਹੁੰਚੇ ਸੀ। ਔਰ ਮੈਨੂੰ ਫਿਰ ਕੋਈ ਨਹੀਂ ਕਹਿੰਦਾ ਵੀ ਤੂੰ ਇੰਨੀਆਂ ਦਵਾਈਆਂ ਡਾਕਟਰ ਤੇ ਜਾਂਦੇ ਹੋ ਇੰਨੀ ਬਾਰ-ਬਾਰ, ਤੇ ਤੂੰ ਸੰਤਾਂ ਕੋਲ ਚਲ ਜਾ। ਤੇ ਇਸ ਤਰ੍ਹਾਂ ਜਿਨ੍ਹਾਂ ਨੇ ਜਿੱਥੇ ਵੀ ਭੇਜਿਆ ਸੀ ਗਏ, ਉਹ ਸੰਤਾਂ ਕੋਲ ਮੱਥਾ ਟੇਕਿਆ, ਹਰ ਕੁਝ ਹੋਇਆ। ਇੱਕ ਦਿਨ ਗੁਰੂ ਜੀ ਕਹਿੰਦੇ ਮੈਨੂੰ ਕਿ ਮਿੰਟ 10 ਕਿੰਨੇ ਸੰਤਾਂ ਕੋਲ ਹੋ ਕੇ ਆਈਏ, ਤਾਂ ਮੇਰੇ ਦਿਮਾਗ ਚ ਆਇਆ ਕਿ ਅਸੀਂ ਕਿੱਥੇ ਕਿੱਥੇ ਮੈਂ ਗਏ, ਕਿੰਨੇ ਸੰਤਾਂ ਮਹਾਂਪੁਰਖਾਂ ਦੇ ਦਰਸ਼ਨ ਹੋਏ ਨੇ। ਕੋਈ ਕਹਿਆ, ਮੈਂ ਕਿਹਾ ਗੁਰੂ ਸਾਹਿਬ ਇਸ ਤਰ੍ਹਾਂ ਤੇ ਯਾਦ ਨਹੀਂ ਹੈ, ਪਰ ਜਿੰਨੀਆਂ ਪੌੜੀਆਂ ਤੁਸੀਂ ਚੜਾਏ ਉਹਨੀਆਂ ਚੜ ਗਏ, ਚਲੋ ਠੀਕ ਹੈ, ਹੁਣ ਖੁਸ਼ ਹਾਂ, ਤੇ ਕੋਈ ਗੱਲ ਨਹੀਂ, ਹੁਣ ਤਾਂ ਠੀਕ ਹੈ। ਇਹ ਸਾਰੇ ਜੋ ਹੈ ਦਿਮਾਗ ਚ ਵੀ ਨਾ, ਗੁਰੂ ਸਾਹਿਬ ਵੀ ਅੱਗੋਂ ਜਵਾਬ ਵੀ ਆਪੇ ਹੀ ਪਾਉਂਦੇ ਨੇ, ਅਸੀਂ ਨਹੀਂ ਪਾਉਂਦੇ। ਇੱਕ ਦਿਨ ਮੇਰੀ ਭਾਬੀ ਨੂੰ, ਮੇਰੇ ਭਾਬੀ ਜਲੰਧਰ ਆਏ ਸੀ, ਉਹ ਦਿੱਲੀ ਰਹਿੰਦੇ ਤੇ ਉਹ ਜਲੰਧਰ ਆਏ ਸੀ। ਮੈਂ ਉਸ ਦਿਨ ਨਹੀਂ ਗਈ, ਮੰਦਿਰ ਨਹੀਂ ਗਈ ਸੀ, ਸ਼ਾਮੀ ਮੈਂ ਵਾਪਿਸ ਆ ਗਈ ਸੀ। ਗੁਰੂ ਜੀ ਨੇ ਇਹਨਾਂ ਨੂੰ, ਮੇਰੇ ਬ੍ਰਦਰ ਔਰ ਭਾਬੀ ਛੁੱਟੀ ਨਹੀਂ ਸੀ ਮਿਲੀ ਹਾਲੀ, ਤੇ ਉੱਥੇ ਨਾ ਭਾਬੀ ਨੂੰ ਕਹਿੰਦੇ ਜਾਂ ਤੇਰੇ ਨਨਾਣ ਨੂੰ ਨਾ ਰੱਬ ਦੇ ਦਰਸ਼ਨ ਨਹੀਂ ਹੋਣੇ। ਉਹਨਾਂ ਨੇ ਆ ਕੇ ਮੈਨੂੰ ਗੱਲ ਕੀਤੀ, ਕਹਿੰਦੇ ਗੁਰੂ ਜੀ ਇਸ ਤਰ੍ਹਾਂ ਕਹਿ ਰਹੇ ਸੀ। ਖੈਰ ਉਸ ਰਾਤ ਤੇ ਥੋੜਾ ਬਹੁਤ ਡਿਸਟਰਬ ਰਹੇ, ਕਾਫੀ ਡਿਸਟਰਬ ਰਹੇ, ਕਿ ਇੱਕ ਜ਼ਿੰਦਗੀ ਦੀ ਬੜੀ ਵੱਡੀ ਖੁਆਇਸ਼ ਹੈ ਕਿ ਗੁਰੂ ਦੇ ਦਰਸ਼ਨ ਹੋ ਜਾਣ, ਤਾਂ ਕਿ ਆਵਾਗਮਨ ਤੋਂ ਮੁਕਤੀ ਮਿਲੇ ਸਾਨੂੰ। ਤੇ ਸਾਨੂੰ ਹੋਰ ਇੰਨਾ ਤੇ ਸਮਝ ਨਹੀਂ, ਇੰਨੀ ਕੁ ਸਮਝ ਸੀ ਕਿ ਦਰਸ਼ਨ ਹੋਣੇ ਚਾਹੀਦੇ ਨੇ, ਬਹੁਤ ਅੱਛੀ ਗੱਲ ਹੁੰਦੀ ਹੈ। ਇਸ ਜਨਮ ਚ ਆ ਕੇ ਗੁਰੂ ਦੇ ਦਰਸ਼ਨ ਹੋਣੇ ਚਾਹੀਦੇ ਨੇ, ਪਰ ਗੁਰੂ ਜੀ ਨੇ ਉਹੀ ਮਨਾ ਕਰਤੇ ਨੇ। ਤੇ ਅਸੇ ਥੋੜੇ ਦਿਨ ਬਾਅਦ ਨਾ ਰਾਤੀ ਲਾਈਟ ਗਈ ਸੀ, ਉਦੋਂ ਪੰਜਾਬ ਚ ਲਾਈਟ ਵੀ ਬਹੁਤ ਜਾਂਦੀ ਸੀ, ਤੇ ਗੁਰੂ ਜੀ ਵੀ ਨਾ ਮੰਦਿਰ ਦੇ ਬਾਹਰ ਚਟਾਈਆਂ ਦੇ ਉੱਤੇ ਅਸੀਂ ਬੈਠੇ ਹੋਏ ਸੀ, ਗੁਰੂ ਸਾਹਿਬ ਵੀ ਬੈਠੇ ਸੀ, ਹੋਰ ਵੀ ਸੰਗਤ ਬੈਠੀ ਸੀ, ਤੇ ਮੈਨੂੰ ਕਹਿੰਦੇ ਨੇ ਜੇ ਤੈਨੂੰ ਦਰਸ਼ਨ ਨਹੀਂ ਹੋਣੇ। ਸੰਗਤ ਜੀ ਪਤਾ ਨਹੀਂ ਗੁਰੂ ਜੀ ਨੇ ਕਿਸ ਤਰ੍ਹਾਂ ਦਿਮਾਗ ਚ ਵਾੜਿਆ। ਮੈਂ ਕਿਹਾ ਗੁਰੂ ਸਾਹਿਬ ਕੋਈ ਗੱਲ ਨਹੀਂ ਹੋਣੇ ਤੇ ਕੋਈ ਗੱਲ ਨਹੀਂ ਜੀ, ਤੁਹਾਡੇ ਦਰਸ਼ਨ ਹੋ ਗਏ ਨੇ, ਬਸ ਬਹੁਤ ਨੇ, ਇਸ ਤੋਂ ਉੱਪਰ ਨਹੀਂ ਚਾਹੀਦਾ ਕੁਛ ਵੀ। ਇਹ ਜਵਾਬ ਵੀ ਗੁਰੂ ਜੀ ਹੀ ਕਰਵਾ ਸਕਦੇ ਨੇ, ਸਾਡੇ ਦਿਮਾਗ ਚ ਨਹੀਂ ਆਉਂਦਾ, ਨਾ ਸਾਨੂੰ ਇੰਨੀ ਸਮਰੱਥਾ ਸਾਡੇ, ਨਾ ਸਾਡੀ ਇੰਨੀ ਅਕਲ ਹੈ। ਇਹ ਗੁਰੂ ਸਾਹਿਬ ਆਪੇ ਹੀ ਕਰਦੇ ਨੇ, ਆਪੇ ਇਮਤਿਹਾਨ ਲੈਂਦੇ ਨੇ, ਆਪੇ ਹੀ ਪਾਸ ਕਰਦੇ ਨੇ, ਆਪੇ ਹੀ ਇਹਨਾਂ ਨੇ ਸਭ ਕੁਝ ਕੀਤਾ। ਸਾਨੂੰ ਨਹੀਂ ਪਤਾ ਕਿੱਥੋਂ ਕਿੱਥੋਂ ਸਾਨੂੰ ਬਚਾ ਕੇ ਅੱਜ ਤੱਕ ਇੱਥੇ ਰੱਖਿਆ। ਜਦੋਂ ਨਾ ਅਸੀਂ ਇੱਥੇ ਆਏ ਤਾਂ ਪੰਜਾਬ ਚ ਨਾ ਸਾਡੇ ਨਾ, ਸਾਨੂੰ ਅਪ੍ਰੈਲ ਦੇ ਮੰਥ ਵਿੱਚ ਆ ਕੇ ਬੜੀ ਐਲਰਜੀ ਹੋ ਜਾਂਦੀ ਹੈ, ਡਸਟ ਐਲਰਜੀ ਹੈ, ਕਿਉਂਕਿ ਡਸਟ ਬੜੀ ਹੁੰਦੀ ਉਦੋਂ, ਔਰ ਬੜੇ ਰਨਿੰਗ ਕੋਟ ਬਹੁਤ ਜ਼ਿਆਦਾ ਹੁੰਦਾ ਕਿ ਤੁਸੀਂ ਨਾ ਤਬੀਅਤ ਬਹੁਤ ਕਾਫੀ ਖਰਾਬ ਜੀ ਰਹਿੰਦੀ ਸੀ। ਅੱਛਾ ਅਗਰ ਐਲੋਪੈਥਿਕ ਦਵਾਈ ਖਾ ਲੈਂਦੇ ਆ ਤੇ ਉਹਦੇ ਨਾਲ ਫਿਰ ਨੀਂਦ ਬਹੁਤ ਆਉਂਦੀ ਸੀ, ਤੇ ਉੱਠਿਆ ਨਹੀਂ ਸੀ ਜਾਂਦਾ, ਔਰ ਬੀਪੀ ਲੋ ਜਾਂਦਾ ਸੀ ਮੇਰਾ। ਤੇ ਮੈਂ ਨਾ ਗੁਰੂ ਜੀ ਨੂੰ ਇੱਕ ਵਾਰੀ ਕਿਹਾ ਸੀ, ਪਰ ਗੁਰੂ ਜੀ ਨੇ ਵੀ ਕੋਈ ਖਾਸ ਨਹੀਂ ਕਿਹਾ, ਤੇ ਮੈਂ ਵੀ ਬਹੁਤ ਜ਼ਿਆਦਾ ਨਹੀਂ ਜ਼ੋਰ ਕਿਹਾ ਗੁਰੂ ਇਸ ਬਾਰੇ। उसने पता नहीं क्यों है, मैं क्या आज मैं कोई दवाई नहीं खानी, आज ऐसा ही जाना है, ਇੰਨੀ ਤਬੀਅਤ ਖਰਾਬ ਹੈ, ਗੁਰੂ ਜੀ ਸਾਹਮਣੇ ਬੈਠਾਂਗੇ, ਮੰਦਰ ਜਾ ਰਹੇ ਹਾਂ, ਤੇ ਉੱਥੇ ਆਪਣੇ ਆਪ ਹੀ ਗੁਰੂ ਸਾਹਿਬ ਦੇਖਣਗੇ, ਮੈਨੂੰ ਨਹੀਂ ਪਤਾ। ਬੜੇ ਆਰਾਮ ਦੇ ਨਾਲ ਚਲੇ ਗਏ, ਬੜੀ ਤੇ ਮੁਸ਼ਕਿਲ ਦੇ ਨਾਲ 5-7 ਮਿੰਟ ਬੈਠੇ ਹੋਵਾਂਗੇ, ਗੁਰੂ ਜੀ ਨੇ ਇਸ਼ਾਰੇ ਨਾਲ ਬੁਲਾਇਆ, ਕਹਿੰਦੇ ਹਾਂ। ਮੈਂ ਕਿਹਾ ਹਾਂਜੀ ਗੁਰੂ ਜੀ, ਘਰ ਜਾਓ, 4 ਦਿਨਾਂ ਦਾ ਲੰਗਰ ਤਿਆਰ ਕਰਕੇ ਲਿਆਓ। ਮੈਂ ਕਿਹਾ ਜੀ ਠੀਕ ਹੈ। ਉੱਥੇ ਤਾਂ ਕੁਝ ਕਹਿ ਨਹੀਂ ਸਕਦੇ ਸੀ ਉਸ ਤੋਂ, ਤੇ ਨਾਲ ਉਹਨਾਂ ਨੇ ਇੱਕ ਹੋਰ ਆਂਟੀ ਨੂੰ ਭੇਜ ਦਿੱਤਾ, ਕਹਿੰਦੇ ਮਾਮੀ ਨੂੰ ਨਾਲ ਲੈ ਜਾਓ, ਇਹ ਹੈਲਪ ਕਰਨਗੇ। ਮੈਂ ਕਿਹਾ ਜੀ ਠੀਕ ਹੈ। और ਉਹਦੇ ਕਿੰਨੇ ਸਾਲਾਂ ਬਾਅਦ ਦਿਮਾਗ ਚ ਆਇਆ ਕਿ ਗੁਰੂ ਸਾਹਿਬ ਨੇ ਮੇਰੀ ਇਹ ਚੀਜ਼ ਠੀਕ ਨਹੀਂ, ਪਰ ਮੈਨੂੰ ਕਦੀ ਮਤਲਬ ਮੈਂ ਗਿਲਾ ਨਹੀਂ ਕੀਤਾ ਗੁਰੂ ਜੀ ਨਾਲ, ਜਾਂ ਕੋਈ ਇਸ ਤਰ੍ਹਾਂ ਨਹੀਂ ਕੀਤਾ। ਠੀਕ ਹੈ, ਫਿਰ ਸਾਰੇ ਵੀ ਯੂਜ਼ ਟੂ ਹੋ ਗਏ, ਨਹੀਂ ਠੀਕ ਹੋਣੇ ਨਾ ਸੀ, ਹੋਮਿਓਪੈਥਿਕ ਦਵਾਈ ਖਾ ਲੈਂਦੇ ਆ 6 ਮਹੀਨੇ,
ਜਿੰਨੀ ਕੋ ਆਰਾਮ ਆਉਂਦਾ ਠੀਕ ਹੈ, ਨਹੀਂ ਤੇ ਫਿਰ ਆਲੂ ਪੱਤੇ ਖਾ ਪੀ ਕੇ ਆਪਣੇ ਗੁਜ਼ਾਰਾ ਕਰ ਲੈਂਦੇ ਆ। ਪਰ ਉਹਦੇ ਹੁਣ 5 ਸਾਲ ਪਹਿਲੇ ਦੀ ਗੱਲ ਹੈ, ਮੇਰੀ ਸਿਸਟਰ ਬਹੁਤ ਬਿਮਾਰ ਹੋ ਗਈ ਸੀ, ਛੋਟੀ ਹੈ, ਉਹਨੂੰ ਕੈਂਸਰ ਹੋ ਗਿਆ ਸੀ, ਪਰ ਗੁਰੂ ਜੀ ਨੇ ਨਹੀਂ ਸੀ ਠੀਕ ਕਰਨਾ। ਉਹਦਾ ਜੋ ਕੀਤਾ ਗੁਰੂ ਸਾਹਿਬ ਨੇ ਬਿਲਕੁਲ ਠੀਕ ਕੀਤਾ ਸੀ। ਉਹ ਕੋਈ ਜੂਨ ਕੱਟਣ ਆਈ ਸੀ, ਉਹਨੇ ਗੁਰੂ ਸਾਹਿਬ ਨੇ ਕਟਵਾਤੀ ਸੀ। ਔਰ ਲਾਸਟ ਮੂਮੈਂਟ ਤੇ ਜਦੋਂ ਉਹ ਗਈ ਹੈ, ਲਾਸਟ ਸਵਾਸ ਜਦੋਂ ਤੇ ਨਿਕਲੇ, ਇਤਨੀ खुशबू ਜਿਹੜੀ ਗੁਰੂ ਜੀ ਕੋਲ ਆਉਂਦੀ ਸੀ, इतनी खुशबू आई सी कि ਪੁੱਛੋ नहीं है। उस टाइम समझ आई कि गुरु साहब ने एक अगर एलर्जी ठीक नहीं की ते जिंदगी दी ਇੰਨੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਤੋਂ ਗੁਰੂ ਸਾਹਿਬ ਨੇ ਬਚਾ ਕੇ ਰੱਖਿਆ। ਉਹਨਾਂ ਦਾ ਕੋਟਾਨ ਕੋਟ ਧੰਨਵਾਦ ਹੈ ਮਹਾਰਾਜ। ਸਤਿਗੁਰ ਜਿਵਾ ਹੀ ਨਹੀਂ ਹੈ ਕਿ ਸ਼ੁਕਰਾਨਾ ਕਰਨ ਦਾ। ਗੁਰੂ ਸਾਹਿਬ ਕਿਸ ਤਰ੍ਹਾਂ ਬਚਾਉਂਦੇ ਸਨ ਸਾਨੂੰ, ਕੁਛ ਨਹੀਂ, ਅਸੀਂ ਨਹੀਂ ਜਾਣ ਸਕਦੇ ਉਹਨਾਂ ਦੀ ਵਡਿਆਈਆਂ, ਕੁਛ ਨਹੀਂ ਜਾਣ ਸਕਦੇ। ਇਹ ਤਾਂ ਇੱਕ ਹੈ ਜੋ ਕਹਿ ਰਿਹਾ ਸੀ, ਕੋਈ ਸਾਡੇ ਕੋਲ ਲਫ਼ਜ਼ ਵੀ ਨਹੀਂ ਹੋਣਗੇ ਉਹਨਾਂ ਦੇ ਪਿਆਰ ਦਾ, ਉਹਨਾਂ ਦਾ ਬਿਖਾਨ ਕਰਨ ਦਾ। ਮੇਰੇ ਕੋਲ ਕੋਈ ਇਸ ਤਰ੍ਹਾਂ ਨਹੀਂ ਹੈਗਾ। ਇਹ ਸਹੀ ਕਰੀਏ ਤੇ ਚਲੋ, ਗੁਰੂ ਸਾਹਿਬ ਨੇ ਇਤਨਾ ਪਿਆਰ ਦਿੱਤਾ ਹੈ। ਮੇਰਾ ਬੇਟਾ ਇੱਕ ਵਾਰੀ ਗੁਰੂ ਜੀ ਨਾਲ ਚਲੇ ਗਿਆ ਮਾਡਲ ਟਾਊਨ, ਕਹਿੰਦੇ ਚੱਲ ਸ਼ਾਪਿੰਗ ਕਰਨ ਜਾਣਾ। ਤੇ ਉੱਥੇ ਹੈ ਨਾ, ਇਹਨਾਂ ਨੇ ਸ਼ੂਜ਼ ਲੈਣੇ ਸੀ। ਸ਼ੂਜ਼ ਵਾਲੀ ਦੁਕਾਨ ਤੇ ਗਏ ਤੇ ਸ਼ੂਜ਼ ਜਿਹੜੇ ਵੀ ਆਏ, ਥੋੜੀ ਦੇਰ ਗੁਰੂ ਜੀ ਬੜੇ ਧਿਆਨ ਨਾਲ ਦੇਖ ਦੋ ਕੇ ਪਸੰਦ ਕਰ ਲੈ। ਤੇ ਕਹਿੰਦੇ ਨੇ ਪੈਸੇ ਲੈ ਆ, ਪੜ੍ਹਦੇ ਹੁੰਦਾ ਸੀ। ਕਹਿੰਦੇ ਨੇ ਗੁਰੂ ਸਾਹਿਬ ਮੇਰੇ ਕੋਲ ਪੈਸੇ ਤੇ ਨਹੀਂ ਗਏ। ਕਹਿੰਦੇ ਘਰ ਜਾ, ਮੰਮੀ ਨੇ ਫਲਾਣੀ ਜਗ੍ਹਾ ਪੈਸੇ ਰੱਖੇ ਨੇ ਅਲਮਾਰੀ ਵਿੱਚ ਪੇਪਰ ਦੇ ਨੀਚੇ, ਤੇ ਉੱਥੋਂ ਲੈ ਕੇ ਆ। ਤੇ ਮੈਂ ਇੱਥੇ ਬੈਠਾ ਵਾਂ, ਕਿਉਂਕਿ ਸ਼ੂਜ਼ ਲੈ ਲਈ ਤੈਨੂੰ ਤਾਂ ਸਾਨੂੰ ਤੇ ਪਾਈ ਦੇਗਾ ਨਹੀਂ ਅੱਜ। ਕਹਿੰਦਾ ਅੱਜ ਮੈਂ ਗੁਰੂ ਸਾਹਿਬ ਜੀ ਨੂੰ ਗਿਰਵੀ ਰੱਖ ਆਇਆ, ਤੇ ਤਾਂ ਹੁਣ ਪੈਸੇ ਲੈ ਕੇ ਜਾਵਾਂਗਾ ਤਾਂ ਮੈਂ ਛੋੜਾਵਾਂ ਗੁਰੂ ਸਾਹਿਬ ਨੂੰ। ਬੱਚਿਆਂ ਨੂੰ ਇਸ ਤਰ੍ਹਾਂ ਗੱਲਾਂ ਕਰਦੇ ਨੇ। ਕਹਿੰਦੇ ਉੱਥੇ ਬਿਠਾ ਕੇ ਆਇਆ, ਜਲਦੀ ਜਲਦੀ ਪੈਸੇ ਦਿਓ। ਔਰ ਮਤਲਬ ਇੰਜ ਦੇ ਪਿਆਰ ਨਾਲ ਸਾਨੂੰ ਗੁਰੂ ਨੇ ਕੀਤਾ ਹੋਇਆ ਹੈ, ਜਿਸ ਤਰ੍ਹਾਂ ਫੈਮਿਲੀ ਮੈਂਬਰ ਵਾਕਨ ਠੀਕ ਹੈ। ਗੁਰੂ ਸਾਹਿਬ ਨੂੰ ਛੱਲੀਆਂ ਬੜੀਆਂ ਸਵਾਦ ਲੱਗਦੀਆਂ ਨੇ, ਬਣੀ ਹੋਈ ਛੱਲੀ ਸਪੈਸ਼ਲੀ। ਤਾਂ ਬੇਟੇ ਨੂੰ ਕਹਿੰਦੇ ਚੱਲ ਔਰ ਤੂੰ ਛੱਲੀਆਂ, ਕਾਰ ਚ ਜੀ ਘੁੰਮਣ ਗਏ ਤੇ ਕਹਿੰਦੇ ਨੇ ਸ਼ਬਦ ਹੀ ਲਗਾਣੇ। ਸ਼ਬਦ ਮੈਂ ਬਹੁਤ ਸੁਣਾਇਆ, ਮੈਨੂੰ ਵੀ ਇੰਗਲਿਸ਼ ਕਹਿੰਦੇ ਸੁਣਾ, ਜਿਹੜੇ ਤੂੰ ਸੁਣਨਾ ਹੁੰਦਾ ਉਹ ਸੁਣਾ ਮੈਨੂੰ ਅੱਜ। ਤੇ ਉਸ ਲੈ ਕੇ ਗਏ ਤੇ ਕਹਿੰਦੇ ਫਿਰ ਉਹਨਾਂ ਨੇ ਛੱਲੀਆਂ, ਕਹਿੰਦੇ ਚਲ ਛੱਲੀਆਂ ਖਵਾ। ਛੱਲੀ ਖਾਂਦੇ ਸੀ, ਬਹੁਤ ਖੁਸ਼ ਹੋ ਗਏ। ਔਰ ਇੱਕ ਵਾਰੀ ਗੁਰੂ ਸਾਹਿਬ ਆਏ ਤੇ ਜਦੋਂ ਦਿੱਲੀੋਂ ਆਏ ਨੇ ਦੁਬਾਰਾ, ਹੁਣ ਸੰਗਤ ਕਾਫੀ ਅੰਦਰ बैठी हुई सी और हॉल पूरा भरिया सी, ऊपर भी नीचे भी। ते शगन अंकल एक दिन आए नान में थे, ते कहंदे अंकल आके कहंदे ਤੁਹਾਨੂੰ ਗੁਰੂ ਜੀ ਨੇ ਬਾਹਰ ਬੁਲਾਇਆ ਹੈ, ਚਾਬੀ ਗੱਡੀ ਦੀ ਹੈਗੀ ਤੁਹਾਡੇ ਕੋਲ? ਮੈਂ ਕਿਹਾ ਹਾਂਜੀ ਹੈਗੀ। ਕਹਿੰਦੇ ਬਾਹਰ ਬੁਲਾਇਆ ਤੁਹਾਨੂੰ। ਮੈਂ ਕਿਹਾ ਜੀ ਠੀਕ ਹੈ। ਮੈਂ ਬਾਹਰ ਗਈ ਤੇ ਗੁਰੂ ਸਾਹਿਬ ਕਹਿੰਦੇ ਨੇ ਚੱਲ ਗੱਡੀ ਸਟਾਰਟ ਕਰ। ਮੈਂ ਗੁਰੂ ਜੀ ਕਿੱਥੇ? ਕਹਿੰਦੇ ਚੱਲ ਮੈਂ ਤੁਹਾਨੂੰ ਦੱਸਾਂ ਕਿੱਥੇ ਜਾਣਾ ਹੈ। मैं बैठते गई ड्राइविंग सीट ते और गुरु जी मेरे नाल। मैंने तो रास्ता ही भुल गया कि मैं जाना किथे है। मैं गुरु जी मैनू नहीं याद, मैनू नहीं पता मैं किधर जाना है। कहंदे तू मैं दसना वा। नाल दो अंकल होर सी, गुरु साहब सानू लेके गए, गिलास खिला, आइसक्रीम और गिलास फलूदा आइसक्रीम जी। और उत्थे फिर गुरु साहब ने अपना प्रसाद भी दिता, बहुत प्यार। और पता नहीं की किस्मत से भी देखो सारी संगत, इन्नी संगत एक मैनू बुला के ले जाना। गुरु आप जी का कोटान कोट शुकराना, शुकराना मेरे मालिक, बहुत बहुत शुकराना। ऐसा गुरु साहब ने बड़िया कृपा की हुई ने। आए सी जो खुद ब्लैस करके अपनी फोटो दी, असि फोटो कहा कि हुण स्वरूप करना पे, हुण बड़ा फर्क। हुण उदों असीं इंज ही सीगे ते कहंदे ने अपनी बेडरूम च लगानी है, फटाफट फ्रेम कराओ ते अपने बेडरूम च लगाओ। वो फोटो फिर रातों रात फ्रेम करा के बेटा लेके आया थे, बेडरूम च लगाई हुई है। और एक बारी बेटे ने भेज देने जहां माई हीरा गेट जाओ, एक मेरी फोटो पई है किसी को, पता नहीं केड़े फोटो, कुछ नहीं पता केड़े फोटोग्राफर को, वो लेके आ। बेटा कहता मैं एक दिन गया घूमदा घुमादा सारे मैं देखते रहा, मैंने तो कोई नजर आवे ना फोटो में, केड़े फोटोग्राफर नु पूछा। ते दूसरे दिन फिर गया, पहले दिन तो समझ नहीं आई, नहीं पता लगा। सेकंड डे अब थोड़ा जा लगा कि मैंने आवाज सुनाई दी, ऐसे ऐसे दुकान के अंदर चले जाओ मेरे फोटो मिल जाएगी। फिर वो दुकान के अंदर वाकया 4-5 साल पहले कोई फोटो गुरु जी दे देके गए सी उन्होंने फ्रेम करने लिए, और लैन नहीं हो जा पाए। कौन सी सानू नहीं पता, क्यों नहीं लेके आए अभी नहीं पता।
ਇਹਨੇ ਫਿਰ ਉੱਥੇ ਦੇਖ ਲਈ ਤੇ ਗੁਰੂ ਸਾਹਿਬ ਦੀ ਫੋਟੋ ਸੀ, ਉਹਨੇ ਵੀ ਭਾਈ ਨੇ ਜਿਹੜਾ ਸ਼ਾਪਕੀਪਰ ਸੀ ਉਹਨੇ ਵੀ ਬੜੀ ਪੂਜਾ ਕਰ ਰਿਹਾ ਸੀ, ਉਹਨੇ ਪ੍ਰੋਪਰ ਰੱਖਿਆ ਹੋਇਆ ਸੀ ਅੱਛੀ ਤਰ੍ਹਾਂ। ਤੇ ਇਹਨੇ ਕਿਹਾ ਜੀ ਇਹ ਮੈਨੂੰ ਫੋਟੋਗ੍ਰਾਫ ਚਾਹੀਦੇ, ਕਹਿੰਦੇ ਹਾਂ ਜੀ ਲੈ ਜਾਓ, ਪਤਾ ਨਹੀਂ ਕੌਣ ਆ ਗਿਆ ਅੱਜ ਤੱਕ ਲੈਣ ਨਹੀਂ ਆਇਆ, ਤੁਸੀਂ ਲੈ ਜਾਓ ਬੇਸ਼ੱਕ। ਫਿਰ ਬੇਟਾ ਲੈ ਆਇਆ ਤੇ ਇਹਨੇ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਸੀ ਵੀ ਜੋ ਵੀ ਤੁਹਾਡਾ ਖਰਚਾ ਆਇਆ ਫਰੇਮ ਤੇ, ਕਹਿੰਦੇ ਨਹੀਂ ਉਹ ਮੈਂ ਨਹੀਂ ਲੈਣਾ। ਪਰ ਚਲੋ ਇਹ ਵੀ ਗੁਰੂ ਨੇ ਸੋਝੀ ਪਾਈ, ਇਹਨੇ ਬੇਟੇ ਨੇ ਕਹਿਤਾ ਚਲੋ ਇਹ ਗੁਰੂ ਜੀ ਵੱਲੋਂ ਪ੍ਰਸ਼ਾਦ ਹੈ ਤੁਸੀਂ ਰੱਖ ਲਓ ਪੈਸੇ, ਤੇ ਉਹਨੇ ਰੱਖ ਲਏ। ਔਰ ਉਹ ਫੋਟੋ ਅੱਜ ਸਾਨੂੰ ਮਿਲੀ ਹੋਈ ਹੈ, ਉਹ ਸਾਡੇ ਕੋਲ ਹੈ, ਸਾਨੂੰ ਮਿਲ ਗਈ। ਬਸ ਗੁਰੂ ਨੇ ਕਿਸ ਤਰ੍ਹਾਂ ਦਿੱਤੀ, ਕਦੋਂ ਦੇਣੀ ਸੀ, ਕੁਛ ਨਹੀਂ ਪਤਾ। ਔਰ ਸੰਗਤ ਜੀ ਇਸ ਤਰ੍ਹਾਂ ਦੇ ਬਹੁਤ ਛੋਟੇ ਛੋਟੀਆਂ ਤੇ ਬੜੀਆਂ ਹੀ ਚੀਜ਼ਾਂ ਹੈਗੀਆਂ ਨੇ ਜਿਹਨਾਂ ਦਾ ਕੋਈ ਹਿਸਾਬ ਨਹੀਂ ਲਗਾ ਸਕਦੇ, ਕੁਛ ਨਹੀਂ ਦੱਸ ਸਕਦੇ ਗੁਰੂ ਜੀ ਕਿਸ ਤਰ੍ਹਾਂ ਕਰਦੇ ਨੇ। ਇੱਕ ਦਿਨ ਅਸੀਂ ਦਿੱਲੀ ਗਏ ਹੋਏ ਸੀ ਤੇ ਜੈਪੁਰ ਜਾਣਾ ਸੀ ਕੋਈ ਬੇਟੇ ਵਾਸਤੇ ਕੁੜੀ ਦੇਖਣ, ਔਰ ਉਸ ਟਾਈਮ ਅਸੀਂ ਰਾਤ ਨੂੰ ਲੇਟ ਆਵਰਸ ਅਸੀਂ ਉੱਥੋਂ ਨਿਕਲੇ ਗੁਰੂ ਐਮਪਾਇਰ ਸਟੇਟ ਤੋਂ ਬਾਹਰੋਂ, ਤੇ ਮੈਂ ਬਾਹਰੋਂ ਹੀ ਮੱਥਾ ਟੇਕਿਆ, ਅੰਦਰ ਨਹੀਂ ਗਏ। ਮੈਂ ਕਿਹਾ ਅੰਦਰ ਨਹੀਂ ਜਾਣਾ, ਟਾਈਮ ਬਹੁਤ ਲੇਟ ਹੋ ਗਿਆ ਸੀ। ਔਰ ਉਸੇ ਵੇਲੇ ਗੁਰੂ ਜੀ ਨੇ ਸੈਕਿੰਡ, ਮੇਰੀ ਭਾਬੀ ਉੱਥੇ ਸੀ ਹਾਲੀ, ਤੇ ਕਹਿੰਦੇ ਨੇ ਆਪਣੇ ਨਨਾਣ ਨੂੰ ਮਨਾ ਕਰਦੇ ਇੱਥੇ ਹਾਂ ਨਹੀਂ ਕਰਨੀ। ਸਭ ਮੈਂ ਤਾਂ ਸੜਕ ਤੇ ਮੱਥਾ ਟੇਕਿਆ ਸੀ ਗੁਰੂ ਸਾਹਿਬ ਨੂੰ, ਕਿਉਂਕਿ ਮੇਰਾ ਮੇਰਾ ਪਿਆਰ ਸੀਗਾ ਗੁਰੂ ਸਾਹਿਬ ਨੂੰ ਮੱਥਾ ਟੇਕਣਾ, ਮੈਂ ਟੇਕਿਆ। ਔਰ ਉਹਨਾਂ ਨੇ ਕਿਸ ਤਰ੍ਹਾਂ ਜਵਾਬ ਨਾਲ ਹੀ ਦਿੱਤਾ ਉੱਥੇ। ਇਸ ਤਰ੍ਹਾਂ ਗੁਰੂ ਜੀ ਦੀ ਮਹਿਮਾ ਇਹ ਜਾਣਦੇ ਨੇ, ਸਾਨੂੰ ਕੁਝ ਸਮਝ ਨਹੀਂ ਆਇਆ। ਹੁਣ ਤਾਂ ਗੁਰੂ ਬਹੁਤ ਮਿਹਰਬਾਨ ਨੇ, ਬਹੁਤ ਜ਼ਿਆਦਾ। ਮੇਰੇ ਗ੍ਰੈਂਡਸਨ ਨੂੰ ਵੀ ਗੁਰੂ ਸਾਹਿਬ ਨੇ ਭੇਜਿਆ ਕੈਨੇਡਾ 2 ਸਾਲ ਪਹਿਲੇ, ਔਰ ਇਹਦਾ ਲਾਸਟ ਬੈਚ ਸੀ, ਲਾਸਟ ਈਅਰ ਸੀ। ਉਸ ਤੋਂ ਬਾਅਦ ਨਾ ਕੋਈ ਫਲਾਈਟ ਗਈ, ਕੋਰੋਨਾ ਪਿੱਛੇ ਕੋਈ ਨਹੀਂ। ਪਰ ਇਹ ਵੀ ਅਰਦਾਸ ਕਰਕੇ ਗਿਆ ਸੀ ਜਾਂ ਤਾਂ ਉਧਰ ਭੇਜ ਦਿਓ ਅੰਟੈਰੀਓ ਜਾਂ ਕਿਊਬਿਕ ਵਿੱਚ ਕਰਵਾਇਆ ਸੀ ਇਹਦੇ। ਕਿਊਬਿਕ ਦਾ ਹੀ ਫਸਟ ਆਇਆ, ਉੱਥੇ ਫਿਰ ਇਹਨੇ ਐਡਮਿਸ਼ਨ ਲਿੱਤੀ। ਉੱਥੇ ਵੀ ਗੁਰੂ ਜੀ ਨੇ ਕੋਰੋਨਾ ਵਿੱਚ ਇਹਨੂੰ ਇੰਨੇ ਪਿਆਰ ਦੇ ਨਾਲ ਆਪਣੇ ਆਪ ਹੀ ਰੱਖਿਆ। ਅੱਡੀ ਦੂਰ ਗਿਆ ਸੀ ਤੇ ਗੁਰੂ ਸਾਹਿਬ ਨੇ ਬਿਲਕੁਲ ਇਹਨੂੰ ਉਦਾਸ ਨਹੀਂ ਹੋਣ ਦਿੱਤਾ। बड़ी अच्छी जॉब भी है, जो चाहता से सब कुछ हो गया। और हर काम ਇੱਥੇ ਵੀ ਲਾਸਟ ਵਿੱਚ ਵੀ ਆ ਕੇ ਥੋੜਾ ਡਿਸਟਰਬ ਸੀਗਾ ਕਿ ਥੋੜਾ ਕਾਲਜ ਨਾ ਇਹਨਾਂ ਦਾ ਹੋ ਗਿਆ ਸੀ, ਕੋਈ ਡਿਸਪਿਊਟ ਜਾ ਹੋ ਗਿਆ ਸੀ, ਕੋਈ ਬੈਂਕ ਫਰਾਡ ਵਗੈਰਾ ਕਾਲਜ ਨਾਲ ਹੋਇਆ ਸੀ ਕਿ ਕਿਸ ਤਰ੍ਹਾਂ ਸੀ। ਤੇ ਇਹਦਾ ਤੇ ਲਾਸਟ ਉਹ ਸਮੈਸਟਰ ਵੀ ਲਾਸਟ ਸੀ, ਸਭ ਕੁਝ ਸੀ। 25 ਨੂੰ ਕਾਲਜ ਬੰਦ ਹੋ ਜਾਂਦੇ ਸੀ। 23 ਤਰੀਕ ਤੱਕ ਇਹਦੀ ਕੋਈ ਲੈਟਰ ਨਹੀਂ ਆਈ ਸੀ, ਇਹ ਕਿਉਂ ਦੀ ਕੋਈ ਲੈਟਰ ਚਾਹੀਦੀ ਸੀ ਇਹਨੂੰ, ਜਿਹੜੀ ਕੋਈ ਨਹੀਂ ਮਿਲਦੀ ਪਈ ਸੀ। ਤੇ ਕਰੇ ਇਸ ਕੇ ਕੋਈ ਨਹੀਂ, ਤੂੰ ਗੁਰੂ ਜੀ ਨੂੰ ਅਰਦਾਸ ਕਰ, ਗੁਰੂ ਜੀ ਆਪਣੇ ਆਪ ਕਰਵਾਉਣਗੇ। ਔਰ 23 ਤਰੀਕ ਨੂੰ ਇਹਦੀ ਲੈਟਰ ਵੀ ਆ ਗਈ, ਔਰ ਇਹਦਾ ਮਤਲਬ रिजल्ट भी बहुत अच्छा आ गया, सब कुछ हो गया और ठीक अपने आ गया। जिथे अगे जाना गुरु जी ने उत्थे भेज भी दिता। बाकी पहले ना इस तरह ने सत्संग इस तरह नहीं सी असीं हुंदे करदे पे, सानू यार सानू पता नहीं शांति हुंदा सी, चलो सेवा जड़ी मिली वो करी जाओ बस ठीक है। ते ना जिस तरह सब कोई सुना रहे सी कि यूएसए ਉਹਨਾਂ ਦੀ ਬੇਟੀ ਸੀ ਤੇ ਗੁਰੂ ਜੀ ਨੇ ਉੱਥੇ ਵੀ ਦਰਸ਼ਨ ਦਿੱਤੇ। ਉਹਨਾਂ ਨੇ ਜਿੱਥੇ ਵੀ ਜਗ੍ਹਾ ਪਾਠ ਦੀ ਬਣਾਈ ਹੋਈ ਸੀ ਕਿ ਕਲਾਈਟ ਆਈ ਹੈ ਜਾਂ ਗਈ ਹੈ। ਤੇ ਮੇਰੇ ਕੋਲ ਨਾ ਅਹੂਜਾ ਆਂਟੀ ਬੈਠੀ, ਡਾਕਟਰ ਅਹੂਜਾ ਸੀਗੇ, ਉਹ ਸੀਗੇ। ਮੈਂ ਕਿਹਾ ਸਾਨੂੰ ਤੇ ਇਸ ਤਰ੍ਹਾਂ ਕਦੀ ਖੁਸ਼ਬੂ ਵੀ ਨਹੀਂ ਆਈ, ਲਾਈਟ ਨਹੀਂ। ਕਹਿੰਦੇ ਹਾਂ ਸਾਨੂੰ, ਮੈਨੂੰ ਵੀ ਨਹੀਂ ਆਈ। ਕਦੀ ਕਦੀ ਮੈਨੂੰ ਲੱਗਦਾ ਸੀ ਕਿ ਨਹੀਂ ਆਂਦੀ, ਅਸੀਂ ਨਲਾਇਕ ਸਾਨੂੰ ਤਾਂ ਨਹੀਂ ਆਂਦੀ। ਤੇ ਮੈਂ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਤੁਸੀਂ ਤੇ ਬੜੀ ਦੇਰ ਦੇ ਰਹੇ, ਤੁਸੀਂ ਮਤਲਬ ਦੱਸ ਦਿਓ। ਕਹਿੰਦੇ ਨਹੀਂ ਆਈ। ਕਹਿੰਦੇ ਮੈਂ ਇੱਕ ਵਾਰੀ ਗੱਲ ਹੋ ਗਈ ਕਿ ਜੇ ਸਾਡੇ ਕਰਮਾਂ ਚ ਹੋਏਗਾ ਸਾਨੂੰ ਉਂਝ ਹੀ ਦਰਸ਼ਨ ਦੇ ਦਿੰਦੇ, ਸਾਨੂੰ ਕੀ ਲੋੜ ਹੈ ਲਾਈਟ ਦੀ ਜਾਂ ਨਾ ਦੀ। ਤੁਸੀਂ ਇਹੀ ਸੋਚਿਆ ਕਰੋ, ਰੋਜ਼ ਦਰਸ਼ਨ ਹੁੰਦੇ ਨਾ, ਇਹੀ ਬਹੁਤ ਵਧੀਆ ਨੇ। ਇਹ ਵੀ ਸੰਗਤ ਤੇ ਪਤਾ ਲਗਾ ਕਿ ਸਿੱਖਿਆ ਹੀ ਵਧੀਆ ਜੋ ਸਾਨੂੰ ਰੋਜ਼ ਦਰਸ਼ਨ ਦੇ ਰਹੇ ਨੇ। ਤੇ ਚਲੋ ਜੋ ਇਹ ਗੁਰੂ ਜਾਣਦਾ ਹੈ ਕਿਸੇ ਨੂੰ ਕਿਸ ਤਰ੍ਹਾਂ ਦਰਸ਼ਨ ਦੇਣੇ ਨੇ। ਹਰ ਚੀਜ਼ ਸਾਡੇ ਨਾਲ ਨਹੀਂ ਹੋਏਗੀ, ਹਰ ਚੀਜ਼ ਦੂਸਰੀ ਸੰਗਤ ਨਾਲ ਨਹੀਂ ਹੋਣੀ। ਗੁਰੂ ਜੀ ਦੀ ਆਪਣੀਆਂ ਮਰਜ਼ੀਆਂ ਨੇ, ਗੁਰੂ ਜੀ ਦੀ ਆਪਣੀ ਲੀਲਾ ਹੈ, ਸਾਨੂੰ ਕੁਛ ਨਹੀਂ ਪਤਾ। ਤੇ ਮੇਰੇ ਨਾ ਦਿੱਲੀ ਜੀਜਾ ਬਹੁਤ ਬਿਮਾਰ ਗਏ ਸੀ, ਉਹਨਾਂ ਦਾ ਬ੍ਰੇਨ ਦਾ ਆਪਰੇਸ਼ਨ ਹੋਇਆ ਸੀ ਏਮਸ ਵਿੱਚ। ਤੇ ਮਤਲਬ ਸੀਰੀਅਸ ਕੰਡੀਸ਼ਨ ਸੀਗੀ। ਅਸੀਂ ਸਭ ਵੀ ਦਿੱਲੀ ਗਏ ਹੋਏ ਸੀ ਤੇ ਮੇਰੀ ਸਿਸਟਰ ਨੇ ਮੈਨੂੰ ਭੇਜਿਆ ਤੂੰ ਗੁਰੂ ਜੀ ਕੋਲ ਜਾ। ਔਰ ਰਾਤੀ 2:30-3 ਵਜੇ ਹॉस्पिटल ਫੋਨ ਆ ਗਿਆ ਵੀ ਤੁਸੀਂ ਹॉस्पिटल ਆ ਜਾਓ।
ਅਸੀਂ 2:30 ਵਜੇ ਤੇ ਰਾਤ ਦੇ ਹੌਸਟਲ ਗਏ ਹੋਏ ਸੀ ਤੇ ਸਵੇਰੇ 6 ਵਜੇ ਦੀ ਜਿਹੜੀ ਟ੍ਰੇਨ ਮਿਲੀ, ਸਿਟਿੰਗ ਮਿਲੀ ਮੈਨੂੰ, ਉਸੇ ਚ ਮੈਂ ਗੁਰੂ ਜੀ ਕੋਲ ਮੱਥਾ ਟੇਕਣ ਲਈ ਆ ਰਹੀ ਸੀ। ਔਰ ਮੇਰਾ ਬੇਟਾ ਜਲੰਧਰ ਹੁੰਦਾ ਸੀ ਤੇ ਮੈਂ ਕਿਸੇ ਸਟੇਸ਼ਨ ਤੋਂ ਮੈਨੂੰ ਲਏਗਾ ਤੇ ਸਿੱਧਾ ਮੈਂ ਮੰਦਿਰ ਜਾਣਾ ਹੈ। ਕਹਿੰਦੇ ਠੀਕ ਹੈ। ਤੇ ਮੈਂ ਗੁਰੂ ਜੀ ਨਾਲ ਉਸੋਂ ਸਿੱਧਾ ਮੈਂ ਮੰਦਿਰ ਆਈ, ਗੁਰੂ ਜੀ ਦੇ ਮੰਦਿਰ ਆਈ ਬਾਹਰ, ਔਰ ਸਿੱਧਾ ਕੁਛ ਨਹੀਂ ਖਾਇਆ ਪੂਆ। ਅਸੀਂ ਟ੍ਰੇਨ ਚ ਵੀ ਪੂਰਾ ਟਾਈਮ ਲੱਗਿਆ ਜਾਂਦੇ ਹੋ। ਉਦੋਂ ਸ਼ਤਾਬਦੀ ਵਗੈਰਾ ਤੇ ਹੁੰਦੀ ਹੋ ਨਹੀਂ ਸੀ, ਆਰਡਨਰੀ ਟ੍ਰੇਨ ਸੀਗੀ ਸਾਡੀ। ਤੇ ਮੈਂ ਮੱਥਾ ਟੇਕਿਆ ਜਾ ਕੇ, ਗੁਰੂ ਜੀ ਬੈਠੇ ਸੀ ਆਪਰੇਸ਼ਨ ਥੀਏਟਰ ਵਾਲੇ ਰੂਮ ਵਿੱਚ, ਔਰ ਮੇਰੇ ਸਿਰ पे हाथ रख के ना, और मैंने बड़ी भूख लगी बहुत। गुरु जी ने प्रसाद दिता छैना मुर्गी का, और आप सारी संगत को पता होगा गुरु जी एक हाथ का, साढ़े 2 हाथ भी छोटे होंगे ने। देख के ना गुरु जी उठ के किचन च चले गए। मैनू आगे किसी ने शगन अंकल ने कहा कि गुरु जी तुहाडे लिए चाह बना रहे हैं स्पेशल, ये मेरा गुरु है, दसो की करिए। तो चाह बना के गुरु साहब ने पिलाई। मैं क्या हाँ कोई गल नहीं, बड़ी भुख लगी सी, गुरु जी ने पिला, चलो बनानी सी। मतलब सानू लगता है कि साडे घर दे मैंबर है, किसी कोई गल नहीं, जिस तरह जो कर रहे ने ठीक है। ਅਸੀਂ ਇਸ ਤਰ੍ਹਾਂ ਗੁਰੂ ਨੇ ਸਾਨੂੰ ਪਿਆਰ ਦਿੱਤਾ ਹੋਇਆ, ਲੜਦੇ ਰਹੇ ਸਾਂ ਅਸੀਂ ਜੀ। और इस तरह ਉਹਦੇ ਵਿੱਚ एकदम याद भी नहीं कुछ हो रहा। गुरु अगर आज्ञा देंगे फिर कभी मिलांगे, संगत दे दर्शन करांगे। आ गया जी विक्रम जी, आ गया जी। आंटी जी अगर ਤੁਸੀਂ ਚਾਹੋ ਤੇ ਹੋਰ ਸਤਸੰਗ ਸ਼ੇਅਰ ਕਰੋ, ਬਹੁਤ ਸਵਾਦ, ਬਹੁਤ ਆਨੰਦ ਆ ਰਿਹਾ। गुरु जी का प्यार है ही ऐदा वधिया है, ਉਹਦਾ नाम भी आना। गुरु जी ने ब्रेकफास्ट खिलाया खुद बना के। सानू पूछो सानू किस तरह आनंद आ रहा सी ते किस तरह मैं आया। कहते ने कि सवेरे आ कहते ने चल आज मेरे ना ब्रेकफास्ट करी। मत्था टेकन गई सवेरे में ते कहते आज ब्रेकफास्ट मेरे ना करना है, ये भी दिन याद रखोगे। बड़ा टाइम मिलता नहीं हुंदा एहो जिहा टाइम। मैं कहा जी ठीक है गुरु जी। गुरु जी ने खुद ब्रेड बनाई तवे ते ना, अमूल मक्खन लगा काफी सारा लगा के ब्रेड गरम गरम चंगी तरह करके, नाल मिर्ची दा अचार, और नाल आप भी वही खा रहे सी ते नाल ही सानू दे रहे सी। तुसी सोच सकते हो गुरु की सी और किस तरह सानू प्यार नाल रखा। ਅਸੀਂ ਇਸ ਤੋਂ ਕੀ ਦੱਸੀਏ कि ਹੁਣ ਵੀ ਉਹ ਵਾਲਾ प्यार, ਉਹ ਵਾਲਾ स्वाद हाली भी अंदर किस तरह गुरु जी ने दिता प्यार ते किस तरह किया। ਇਹਨਾਂ ਕਹਿੰਦੇ ਸੀਗੇ कि ਇਹ टाइम में देखो याद रखो, करोगे कभी ये बैठे सासी इस तरह अंज बैठने जो जिस तरह भी बंदे सा गुरु साहब। एक बार कहते ने जाके करना खाना बना के आओ, अंकल नु खिलाया ते बेटी नु घर छोड़ा, छोटी सी ते कहते सन घर छोड़ा ते तू खाना इथे खाना, अज मंदिर ही खाना। मैं क्या जी ठीक है। बस मैं घर जाके खाना वाना बना के आ रहे सी, रस्ते से नहीं सेकंड अपने मन च आया, गुरु जी ने बुला ते लिया, खाना तो बाहर ही है। गुरु जी ने अंदर थोड़ा, अपने कमरे के अंदर थोड़ा बुला के खाएंगे, क्योंकि उत्थे कई बार कुछ संगत नु अंदर भी खिलाते होंगे सी, कदी कदी गुरु जी अपने नाल बिठा के। ते जो चीज नहीं ना मिलती हर एक नु हुंदा कि सानू भी अंदर ले जान। बड़ी किस्मत वाले सोचते सा, ये बड़ी किस्मत वाले ने, इन्हां नु अंदर लेके जाएंगे, असीं हाली बाहर ही सानू कदी खिलाया नहीं। मन च आ जांदा सी। ਉਹ ਤੇ ਉਸ ਦਿਨ ਗਏ ਤੇ ਕਹਿੰਦੇ ਨੇ ਚੱਲ ਅੰਦਰ ਆ ਜਾ, ਅੰਦਰ ਹੀ ਖਾਣਾ ਖਾਣਾ। ਬਾਕੀ ਹੋਰ ਵੀ ਆਂਟੀ ਹੈਗੇ ਸੀ ਉੱਥੇ, ਸਾਰੇ 4-5 ਆਂਟੀ ਹੋਰ ਵੀ ਸੀ। ਸਭ ਨੂੰ ਗੁਰੂ ਜੀ ਨੇ ਆਪਣੇ ਨਾਲ ਆਪਣੇ ਅੰਦਰ ਕਮਰੇ 'ਚ ਬੈ ਕੇ ਖਿਲਾਇਆ, ਖਾਣਾ ਵੀ ਖਿਲਾਇਆ, ब्रेकफास्ट भी, चाह भी, हर चीज गुरु जी ने दी, दूध वगैरह हर चीज गुरु जी ने दी। पता नहीं और ਹੁਣ ਨਸ਼ਾ ਹੈ, ਹੁਣ ਥੋੜਾ ਜਿਹਾ ਪਿਆਰ ਦਾ ਨਸ਼ਾ ਹੋ ਗਿਆ ਗੁਰੂ ਸਾਹਿਬ ਦਾ, ਬਸ ਉਹਨੂੰ ਬਾਕੀ ਭੁੱਲ ਰਿਹਾ ਸ਼ਾਇਦ ਤਾਂ ਸਮਝ ਨਹੀਂ ਆ ਰਹੀ। ਅਗਲੀ ਵਾਰੀ ਫਿਰ ਕਦੀ ਜ਼ਰੂਰ ਲਿਖ ਕੇ ਰੱਖਾਂਗੇ ਬਾਕੀ ਗੱਲਾਂ ਵੀ। ਗੁਰੂ ਜੀ ਨੇ ਬਹੁਤ ਜੋ ਕੁਛ ਕੀਤੀਆਂ। जय गुरु जी, जय गुरु जी। जी आंटी जरूर। गुरु जी कोई भूल चूक माफ करना, गुरु साहब इसी तरह सेवा लेंदे रहना, होमे ना आन देना महाराज, होमे ना आन देना, बस अपनी संगत का प्यार देते रहना, संगत के दर्शन ते प्यार मिलता रहे, बस ये अरदास है गुरु के।
ਜੀ ਆਂਟੀ ਜੈ ਆਂਟੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੇ ਸੋਹਣੇ ਸਤਸੰਗ ਸਾਡੇ ਸਾਰੇ ਨਾਲ ਸ਼ੇਅਰ ਕੀਤੇ ਥੈਂਕ ਯੂ ਸੋ ਮਚ नहीं धन्यवाद नहीं मेरी देर खुशकिस्मती है गुरु ने मौका दिता शायद ਅਸੀਂ ਤਾਂ ਕਦੀ ਸਤਸੰਗ ਨਾ ਸੁਣੇ ਤੇ ਨਾ ਕੀਤੇ ਸਾਨੂੰ ਹੁਣ ਪਤਾ ਲੱਗ ਰਿਹਾ ਹੈ YouTube ਤੋਂ ਕਿ ਕੀ ਚੀਜ਼ ਨੇ ਕਿਸ ਤਰ੍ਹਾਂ ਸੀ ਔਰ ਵਾਕਈ ਗੁਰੂ ਦੀ ਸੰਗਤ ਬਹੁਤ 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 ਗੁਰੂ ਤੋਂ ਵੀ ਬਹੁਤ ਗੁਰੂ ਨੂੰ ਆਪਣੀ ਸੰਗਤ ਬਹੁਤ ਪਿਆਰੀ ਹੈ ਬਸ ਜੈ ਗੁਰੂ ਜੀ